Lesson 4th, The Gold Frame, written by R.K. Lakshman. Rasipuran Krishnaswamy Iyer Lakshman means R.K. Lakshman, born 23rd October 1924, ਜਿਨ੍ਹਾਂ ਦਾ ਜਨਮ 23 ਅਕਤੂਬਰ 1924 ਈਸਵੀ ਵਿੱਚ ਹੋਇਆ, was an Indian cartoonist, illustrator and humorist. ਉਹ ਇੰਡੀਅਨ ਕਾਰਟੂਨਿਸਟ, ਚਿੱਤਰਕਾਰ ਅਤੇ ਹਾਸ ਰਸ ਦੇ ਲੇਖਕ ਸਨ। He was widely regarded as India's greatest ever cartoonist. ਉਹਨਾਂ ਨੂੰ ਦੂਰ ਦੂਰ ਤੱਕ ਹੁਣ ਤੱਕ ਦੇ ਇੰਡੀਆ ਦੇ ਸਭ ਤੋਂ ਮਹਾਨ ਕਾਰਟੂਨਿਸਟ ਵਜੋਂ ਜਾਣਿਆ ਜਾਂਦਾ ਸੀ and was best known for his creation The Common Man. ਅਤੇ ਉਹਨਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਉਹਨਾਂ ਦੀ ਆਪਣੀ ਇੱਕ ਕਾਰਟੂਨ ਸੀਰੀਜ਼ ਦੀ ਕ੍ਰੀਏਸ਼ਨ ਦ ਕਾਮਨ ਮੈਨ ਉਸ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਸੀ। ਦਾਤਾ ਵਾਜ਼ ਅ ਪਿਕਚਰ ਫਰੇਮ ਮੇਕਰ। ਦਾਤਾ ਤਸਵੀਰਾਂ ਦਾ ਫਰੇਮ ਬਣਾਉਣ ਵਾਲਾ ਵਿਅਕਤੀ ਸੀ। ਹੀ ਵਾਜ਼ ਅ ਸਾਇਲੈਂਟ ਐਂਡ ਹਾਰਡ ਵਰਕਿੰਗ ਮੈਨ। ਉਹ ਚੁੱਪ ਰਹਿਣ ਵਾਲਾ ਅਤੇ ਮਿਹਨਤੀ ਆਦਮੀ ਸੀ। ਵਨ ਡੇ ਅ ਕਸਟਮਰ ਵਿਜ਼ਿਟਡ ਹਿਜ਼ ਸ਼ੌਪ। ਇੱਕ ਦਿਨ ਇੱਕ ਗਾਹਕ ਉਸ ਦੀ ਦੁਕਾਨ ਤੇ ਆਇਆ। He wanted the best frame for a photograph he had brought with him. ਉਸ ਨੂੰ ਆਪਣੇ ਨਾਲ ਲਿਆਂਦੀ ਹੋਈ ਫੋਟੋਗ੍ਰਾਫ ਲਈ ਸਭ ਤੋਂ ਵਧੀਆ ਫਰੇਮ ਚਾਹੀਦਾ ਸੀ। It was a photograph of his late grandfather. ਇਹ ਉਸ ਦੇ ਮਰਹੂਮ ਦਾਦਾ ਜੀ ਦੀ ਫੋਟੋ ਸੀ। The customer wanted the best cut mount frame for the photograph. ਕਸਟਮਰ ਨੂੰ ਆਪਣੇ ਦਾਦਾ ਜੀ ਦੀ ਫੋਟੋ ਵਾਸਤੇ ਸਭ ਤੋਂ ਵਧੀਆ ਕੱਟ ਮਾਊਂਟ ਫਰੇਮ ਚਾਹੀਦਾ ਸੀ। ਸੋ ਕੱਟ ਮਾਊਂਟ ਫਰੇਮ ਇੱਕ ਖਾਸ ਕਿਸਮ ਦਾ ਫਰੇਮ ਹੁੰਦਾ ਹੈ ਜੋ ਕਿ ਤੁਸੀਂ ਇਸ ਪਿਕਚਰ 'ਚ ਦੇਖ ਵੀ ਰਹੇ ਹੋ। ਦਾਤਾ ਪ੍ਰੋਮਿਸਡ ਟੂ ਕੀਪ ਇਟ ਰੈਡੀ ਇਨ 2 weeks. ਦਾਤਾ ਨੇ ਇਸ ਫਰੇਮ ਨੂੰ 2 ਹਫ਼ਤੇ ਦੇ ਵਿੱਚ ਰੈਡੀ ਕਰਨ ਦਾ ਵਚਨ ਦਿੱਤਾ। ਬਟ ਬਾਏ ਮਿਸਟੇਕ ਦ ਪਿਕਚਰ ਗॉट ਡੈਮੇਜਡ। ਪਰ ਗਲਤੀ ਦੇ ਨਾਲ ਉਸ ਕੋਲ ਉਸ ਦੇ ਦਾਦਾ ਜੀ ਦੀ ਜੋ ਪਿਕਚਰ ਸੀ ਉਹ ਡੈਮੇਜ ਹੋ ਗਈ, ਖਰਾਬ ਹੋ ਗਈ। He found some other picture of a similar looking man. ਦਾਤਾ ਨੇ ਉਸ ਕਸਟਮਰ ਦੇ ਦਾਦਾ ਜੀ ਦੇ ਨਾਲ ਮਿਲਦੇ ਜੁਲਦੇ ਆਦਮੀ ਦੀ ਫੋਟੋ ਲੱਭ ਲਈ। Ironically, the customer could not know that it was not the picture of his grandfather. ਤੇ ਹਾਸੋਹੀਣੀ ਗੱਲ ਇਹ ਸੀ ਕਿ ਕਸਟਮਰ ਨੂੰ ਵੀ ਇਹ ਪਤਾ ਨਹੀਂ ਚੱਲਿਆ ਕਿ ਇਹ ਪਿਕਚਰ ਉਸ ਦੇ ਦਾਦਾ ਜੀ ਦੀ ਨਹੀਂ ਸੀ। His only complaint was that the picture was not framed according to his order. ਬਸ ਉਸ ਕਸਟਮਰ ਦੀ ਕੋਈ ਸ਼ਿਕਾਇਤ ਹੁੰਦੀ ਹੈ ਕਿ ਉਸ ਪਿਕਚਰ ਨੂੰ ਚੰਗੀ ਤਰ੍ਹਾਂ ਫਰੇਮ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਦਾ ਉਸਨੇ ਆਰਡਰ ਦਿੱਤਾ ਸੀ। Let's start story. The Modern Frameworks, ਹੁਣ ਇੱਕ ਦੁਕਾਨ ਹੈ ਜਿਸ ਦਾ ਨਾਮ ਹੈ The Modern Frameworks, was actually an extra large wooden packing case. ਕਿ ਇਹ ਦੁਕਾਨ ਏਦਾਂ ਲੱਗਦੀ ਸੀ ਕਿ ਜਿੱਦਾਂ ਲੱਕੜ ਦਾ ਬਣਿਆ ਹੋਇਆ ਕੋਈ ਕਾਫੀ ਵੱਡਾ ਬਕਸਾ ਹੋਵੇ। Mounted on wobbly legs, ਕਿ ਜੋ ਕਮਜ਼ੋਰ ਲੱਤਾਂ ਤੇ ਖੜਿਆ ਹੋਵੇ। Tucked in a gap between a drugstore and a radio repair shop. ਟਕਟ ਮਤਲਬ ਸੁਕੜਿਆ ਹੋਇਆ। ਜਦੋਂ ਕੋਈ ਚੀਜ਼ 2 ਵੱਡੀਆਂ ਚੀਜ਼ਾਂ ਦੇ ਵਿੱਚ ਫਸ ਜਾਵੇ ਉਹਨੂੰ ਕਹਿੰਦੇ ਨੇ ਟੱਕ ਹੋ ਗਈ ਉਹ। ਸੋ ਮਾਡਰਨ ਫਰੇਮਵਰਕਸ ਕਿਹੜੀਆਂ 2 ਵੱਡੀਆਂ ਚੀਜ਼ਾਂ 'ਚ ਫਸੀ ਹੋਈ ਸੀ? ਸੋ ਇੱਕ ਪਾਸੇ ਉਹਦੇ ਇੱਕ ਡਰੱਗ ਸਟੋਰ ਸੀ ਤੇ ਦੂਜੇ ਪਾਸੇ ਰੇਡੀਓ ਰਿਪੇਅਰ ਸ਼ੌਪ ਸੀ। Its owner Data with his concave figure. Concave figure means ਪੇਟ ਅੰਦਰ ਨੂੰ ਧਸਿਆ ਹੋਣਾ, ਬਹੁਤ ਜ਼ਿਆਦਾ ਪਤਲੇ ਹੋਣਾ। ਸੋ ਉਸਦਾ ਮਾਲਿਕ ਦੱਤਾ ਕਾਫੀ ਜ਼ਿਆਦਾ ਪਤਲਾ ਸੀ, ਕਮਜ਼ੋਰ ਸੀ। ਸਿਲਵਰ ਰਿਮਡ ਗਲਾਸਿਸ, ਜਿਸ ਦੀ ਐਨਕ ਦਾ ਫਰੇਮ ਸਿਲਵਰ ਸੀ। ਐਂਡ ਕੰਪਲੈਕਸ਼ਨ ਆਫ ਸੀਜ਼ਨਡ ਟਿੰਬਰ, ਅਤੇ ਉਸ ਦਾ ਰੰਗ ਸੀਜ਼ਨਡ ਮੀਨਸ ਪੁਰਾਣੀ, ਕਿ ਜਿੱਦਾਂ ਪੁਰਾਣੀ ਲੱਕੜੀ ਦਾ ਰੰਗ ਹੁੰਦਾ ਹੈ ਉਸਦਾ ਰੰਗ ਉਹੋ ਜਿਹਾ ਸੀ। ਫਿਟਡ ਇਨਟੂ ਹਿਜ਼ ਸ਼ੌਪ, ਉਹ ਆਪਣੀ ਸ਼ੌਪ ਵਿੱਚ ਏਦਾਂ ਫਿੱਟ ਹੋ ਕੇ ਬੈਠ ਜਾਂਦਾ ਸੀ, ਭਾਵ ਐਡਾ ਰਚ ਮਿਚ ਜਾਂਦਾ ਸੀ ਵਿਦ ਦਾ ਹਾਰਮਨੀ। ਹਾਰਮਨੀ ਦਾ ਮਤਲਬ ਇਹੀ ਹੁੰਦਾ ਕਿ ਸਾਰਿਆਂ ਦੇ ਨਾਲ ਮਿਲ ਕੇ। ਕਿਸ ਚੀਜ਼ ਦੇ ਨਾਲ ਮਿਲ ਕੇ? ਆਫ ਫਿਕਸਚਰ। ਫਿਕਸਚਰ ਹੁੰਦਾ ਜੋ ਉੱਥੇ ਚੀਜ਼ਾਂ ਪਈਆਂ ਹੋਣ, ਫਿਕਸ ਹੋਣ, ਭਾਵ ਉਹਦੀ ਦੁਕਾਨ ਜ਼ਿਆਦਾ ਲੱਕੜ ਦੀ ਬਣੀ ਹੋਈ ਸੀ ਤੇ ਉਸਦਾ ਵੀ ਕੰਪਲੈਕਸ਼ਨ ਲੱਕੜ ਵਰਗਾ ਹੀ ਸੀ। ਸੋ ਉਹ ਉਸ ਦੁਕਾਨ ਵਿੱਚ ਬੈਠਾ ਇਸੇ ਤਰ੍ਹਾਂ ਹੀ ਲੱਗਦਾ ਸੀ ਕਿ ਜਿੱਦਾਂ ਉਹ ਉਸ ਦੁਕਾਨ ਵਿੱਚ ਰਚ ਮਿਚ ਗਿਆ ਹੋਵੇ। He was a silent, hard working man.
ਉਹ ਚੁੱਪ ਰਹਿਣ ਵਾਲਾ ਅਤੇ ਸਖਤ ਮਿਹਨਤ ਕਰਨ ਵਾਲਾ ਆਦਮੀ ਸੀ। He gave only laconic answers to the questions his customers asked. ਉਹ ਉਸ ਦੇ ਕਸਟਮਰਸ ਦੇ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਸੰਖੇਪ ਵਿੱਚ ਹੀ ਜਵਾਬ ਦਿੰਦਾ ਸੀ। And strongly discouraged casual friends who tried to intrude on his zone of silence with their idle gossip. ਉਹ ਅਚਨਚੇਤ ਉਸ ਦੀ ਦੁਕਾਨ ਤੇ ਆਏ ਉਸ ਦੇ ਫਰੈਂਡਸ ਨੂੰ ਬਹੁਤ ਨਿਰਾਸ਼ ਕਰਦਾ ਸੀ, ਜਿਹੜੇ ਕਿ ਉਸ ਦੀ ਖਾਮੋਸ਼ੀ ਦੇ ਖੇਤਰ ਵਿੱਚ ਆਪਣੀਆਂ ਵਿਹਲੀਆਂ ਗੱਪਾਂ ਦੇ ਨਾਲ ਘੁਸਪੈਠ ਕਰਨਾ ਚਾਹੁੰਦੇ ਸਨ। He was always seen sitting hunched up. ਉਹ ਹਮੇਸ਼ਾ ਹੀ ਆਪਣੇ ਮੋਢੇ ਅਤੇ ਪਿੱਠ ਨੂੰ ਝੁਕਾ ਕੇ ਬੈਠਾ ਰਹਿੰਦਾ। ਤਾਂ ਹੀ ਆਥਰ ਨੇ ਉਸ ਦੀ ਫਿਗਰ ਨੂੰ ਕਨਕੇਵ ਫਿਗਰ ਕਿਹਾ ਸੀ, ਜਿਸ ਦਾ ਕਿ ਪੇਟ ਫਰੰਟ ਤੋਂ ਅੰਦਰ ਵੱਲ ਨੂੰ ਹੋਵੇ ਤੇ ਪਿੱਠ ਪਿੱਛੇ ਵੱਲ ਨੂੰ ਨਿਕਲੀ ਹੋਵੇ। ਸੋ ਇਹ ਪੋਜੀਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਜ਼ਿਆਦਾ ਦੇਰ ਝੁਕ ਕੇ ਬੈਠਾ ਰਹਿੰਦਾ ਹੋਵੇ। Surrounded by a confusion of cardboard pieces, bits of wood, glass sheets, boxes of nails, glue bottles, ਪੇਂਟ ਟਿਨਸ, ਉਹ ਹਮੇਸ਼ਾ ਹੀ ਗੱਤੇ ਦੇ ਟੁਕੜੇ, ਲੱਕੜੀ ਦੇ ਟੁਕੜੇ, ਸ਼ੀਸ਼ੇ ਦੀਆਂ ਪਰਤਾਂ, ਕਿੱਲਾਂ ਦੇ ਡੱਬੇ, ਗੂੰਦ ਦੀਆਂ ਬੋਤਲਾਂ ਅਤੇ ਕਈ ਹੋਰ ਅਜੀਬ ਚੀਜ਼ਾਂ ਦੀ ਕਨਫਿਊਜ਼ਨ ਦੇ ਵਿੱਚ ਹੀ ਘਿਰਿਆ ਰਹਿੰਦਾ ਸੀ। And ends that went into putting a picture in a frame. ਅਤੇ ਇਹ ਸਭ ਕੁਝ ਦਾ ਅੰਤ ਇੱਕ ਪਿਕਚਰ ਦੇ ਫਰੇਮ ਦੇ ਵਿੱਚ ਪੈ ਜਾਣ ਨਾਲ ਹੋ ਜਾਂਦਾ ਸੀ। ਇਨ ਦਿਸ ਮੈਡਲੇ ਵੈਸੇ ਇੱਕ ਮਿਊਜ਼ੀਕਲ ਟਰਮ ਹੈ ਜਦੋਂ ਕਿੰਨੇ ਹੀ ਗਾਣੇ ਇਕੱਠੇ ਬੋਲ ਦਿੱਤੇ ਜਾਂਦੇ ਹਨ ਇੱਕੋ ਹੀ ਰਿਦਮ ਤੇ। ਸੋ ਇੱਥੇ ਮੈਡਲੇ ਉਹਦੇ ਕੰਮ ਦੇ ਸਟਾਈਲ ਲਈ ਵਰਤਿਆ ਗਿਆ ਹੈ, ਜਿੱਥੇ ਉਹਨੇ ਇੱਕ ਕੰਮ ਵਿੱਚ ਹੀ ਕਿੰਨੇ ਸਾਰੇ ਖਿਲਾਰੇ ਪਾਏ ਹੋਏ ਸਨ। ਇਨ ਦਿਸ ਮੈਡਲੇ ਕਿੰਨੇ ਸਾਰੇ ਖਿਲਾਰੇ ਵਿੱਚ ਗਲਾਸ ਕਟਰ ਕਿ ਗਲਾਸ ਨੂੰ ਕੱਟਣ ਵਾਲਾ ਔਰ ਪੈਨਸਲ ਸਟੱਬ ਪੈਨਸਲ ਦਾ ਟੁਕੜਾ was often lost, ਗੁੰਮੇ ਹੀ ਰਹਿੰਦੇ ਸਨ। and that was when he would uncoil. ਕੋਇਲ ਜਿਵੇਂ ਪੰਜਾਬ ਵਿੱਚ ਇਲੈਕਟ੍ਰੀਸ਼ੀਅਨ ਨੂੰ ਕੋਇਲ ਕਹਿ ਦਿੰਦੇ ਨੇ, ਠੀਕ ਹੈ। ਸੋ ਉਹ ਤਾਰਾਂ ਦਾ ਸਰਕਟ ਜੋ ਜਲੇਬੀ ਵਾਂਗੂ ਮੁੜਿਆ ਹੁੰਦਾ ਉਹਨੂੰ ਕਹਿੰਦੇ ਨੇ ਕੋਇਲ। ਸੋ ਅਨਕੋਇਲ ਭਾਵ ਜਿਹੜਾ ਉਹ ਸਾਰਾ ਦਿਨ ਮੁੜਿਆ ਬੈਠਾ ਰਹਿੰਦਾ ਸੀ, ਕੁੱਬ ਕੱਢ ਕੇ ਬੈਠਾ ਰਹਿੰਦਾ ਸੀ। ਇਹ ਸਿਰਫ ਉਦੋਂ ਹੀ ਸਿੱਧਾ ਹੋ ਕੇ ਖੜਾ ਹੁੰਦਾ ਜਦੋਂ ਉਸਨੂੰ ਉਸਦੀ ਕੋਈ ਚੀਜ਼ ਨਹੀਂ ਮਿਲਦੀ ਸੀ। ਪੋਸਚਰ ਹੁੰਦਾ ਸਰੀਰ ਦੇ ਬੈਠਣ ਦੀ ਪੋਜੀਸ਼ਨ। ਐਂਡ ਗਰੋਪ ਇੰਪੇਸ਼ੈਂਟਲੀ ਫॉर ਇਟ। ਗਰੋਪ ਹੁੰਦਾ ਟਟੋਲਣਾ, ਲੱਭਣਾ, ਤੇ ਉਹਨੂੰ ਬੜੀ ਬੇਸਬਰੀ ਦੇ ਨਾਲ ਇੰਪੇਸ਼ੈਂਟਲੀ ਉਹ ਲੱਭਦਾ। ਮੈਨੀ ਟਾਈਮਸ ਹੀ ਹੈਡ ਟੂ ਸਟੈਂਡ ਅਪ। ਕਾਫੀ ਵਾਰ ਉਸਨੂੰ ਖੜੇ ਹੋਣਾ ਪੈਂਦਾ ਸੀ। ਐਂਡ ਸ਼ੇਕ ਹਿਸ ਧੋਤੀ ਵਿਗਰਸਲੀ। ਅਤੇ ਉਸਨੂੰ ਆਪਣੀ ਧੋਤੀ ਨੂੰ ਬਹੁਤ ਜ਼ੋਰ ਨਾਲ ਹਿਲਾਉਣਾ ਪੈਂਦਾ ਸੀ ਤਾਂ ਕਿ ਉਹ ਆਪਣੀ ਗੁੰਮੀ ਹੋਈ ਚੀਜ਼ ਨੂੰ ਧੋਤੀ ਤੋਂ ਅਲੱਗ ਕਰ ਦੇਵੇ। ਦਿਸ ਆਪਰੇਸ਼ਨ ਰੋਕਡ ਦਾ ਹੋਲ ਸ਼ੋਪ। ਇਹ ਕੰਮ ਸਾਰੀ ਦੁਕਾਨ ਨੂੰ ਹਿਲਾ ਕੇ ਰੱਖ ਦਿੰਦਾ ਸੀ। ਸੈਟਿੰਗ ਦਾ ਪਿਕਚਰ ਔਨ ਦਾ ਵਾਲਸ ਜੈਂਟਲੀ ਸਵਿੰਗਿੰਗ। ਤੇ ਜਿਹੜੀਆਂ ਤਸਵੀਰਾਂ ਕੰਧਾਂ ਤੇ ਲਟਕ ਰਹੀਆਂ ਹੁੰਦੀਆਂ ਸਨ ਉਹ ਹੌਲੀ ਹੌਲੀ ਝੂਲਣ ਲੱਗ ਜਾਂਦੀਆਂ ਸਨ। ਉਸਦੀ ਦੁਕਾਨ ਦੇ ਹਿੱਲਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਇੰਨੀ ਮਜ਼ਬੂਤ ਦੁਕਾਨ ਨਹੀਂ ਸੀ। ਉਹ ਕਮਜ਼ੋਰ ਲੱਕੜੀ ਦੇ ਪੱਲਿਆਂ ਤੇ ਖੜੀ ਹੋਈ ਸੀ। ਸੋ ਜਦੋਂ ਵੀ ਉਹ ਹੜਬੜਾਹਟ ਵਿੱਚ ਕੋਈ ਚੀਜ਼ ਲੱਭਦਾ ਖੜਾ ਹੁੰਦਾ ਤਾਂ ਅਕਸਰ ਉਹਦੀ ਦੁਕਾਨ ਹਿੱਲ ਜਾਂਦੀ ਤੇ ਉਹਦੀ ਦੁਕਾਨ ਦੀ ਦੀਵਾਰ ਤੇ ਜੋ ਕਿ ਲੱਕੜ ਦੀਆਂ ਦੀਵਾਰਾਂ ਸਨ ਉਸ ਤੇ ਟੰਗੀਆਂ ਤਸਵੀਰਾਂ ਵੀ ਝੂਲਣ ਲੱਗ ਜਾਂਦੀਆਂ। There was not an inch of space that was not covered by a picture. ਉਸਦੀ ਦੁਕਾਨ ਵਿੱਚ 1 ਇੰਚ ਵੀ ਐਸੀ ਜਗ੍ਹਾ ਨਹੀਂ ਸੀ ਜਿੱਥੇ ਕੋਈ ਤਸਵੀਰ ਨਾ ਲੱਗੀ ਹੋਵੇ। Gods, saints, hockey players, children, cheap prints of the Mona Lisa, national leaders, ਵੈਡਿੰਗ ਕਪਲਸ। ਜੋ ਤਸਵੀਰਾਂ ਕਾਹਦੀਆਂ ਸੀ? ਦੇਵੀ ਦੇਵਤਿਆਂ ਦੀਆਂ, ਸੰਤਾਂ ਦੀਆਂ, ਹਾਕੀ ਪਲੇਅਰਸ ਦੀਆਂ, ਮੋਨਾ ਲੀਸਾ ਦੇ ਹਲਕੇ ਪ੍ਰਿੰਟਸ ਦੀਆਂ, ਰਾਸ਼ਟਰੀ ਨੇਤਾਵਾਂ ਦੀਆਂ, ਵਿਆਹੁਤਾ ਜੋੜਿਆਂ ਦੀਆਂ, ਉਰਦੂ ਕੈਲੀਗ੍ਰਾਫੀ, ਉਰਦੂ ਦੀ ਸੋਹਣੀ ਲਿਖਾਈ ਦੀਆਂ, ਦ ਸਨੋ ਕਲੈਡ ਫੁਜ਼ੀਯਾਮਾ ਕਿ ਸਨੋ ਦੇ ਨਾਲ ਕਵਰਡ ਫੁਜ਼ੀਯਾਮਾ ਪਰਬਤ ਦੀਆਂ, ਐਂਡ ਮੈਨੀ ਅਦਰਸ coexisted with a cheerful incongruity। ਅਤੇ ਉਹ ਜਿਹੀਆਂ ਹੋਰ ਬੜੀਆਂ ਫੋਟੋਆਂ ਜੋ ਕਿ coexist ਕਰਦੀਆਂ ਸਨ ਭਾਵ ਨਾਲ ਲੱਗੀਆਂ ਹੋਈਆਂ ਸਨ with a cheerful incongruity। incongruity ਹੁੰਦਾ ਅਸਮਾਨਤਾ ਭਾਵ ਉਹਨਾਂ ਫੋਟੋਆਂ ਚ ਆਪਸੀ ਕੋਈ ਸਮਾਨਤਾ ਨਹੀਂ ਸੀ ਕਿ ਕਿਸੇ ਗਰੁੱਪ ਵਾਈਜ਼ ਉਹ ਨਹੀਂ ਲੱਗੀਆਂ ਹੋਈਆਂ ਸੀ ਪਰ ਉਹ ਫਿਰ ਵੀ coexist ਕਰਦੀਆਂ ਸੀ, ਇਕੱਠੀਆਂ ਲੱਗੀਆਂ ਹੋਈਆਂ ਸੀ। like some fabulous world ਕਿ ਜਿੱਦਾਂ ਇੱਕ ਬਹੁਤ ਵਧੀਆ ਸੰਸਾਰ awaiting order and arrangement ਉਡੀਕ ਕਰ ਰਿਹਾ ਹੋਵੇ ਕਿ ਕੋਈ ਉਹਨਾਂ ਨੂੰ ਆ ਕੇ ਤਰਤੀਬਵਾਰ ਅਤੇ ਵਧੀਆ ਤਰੀਕੇ ਨਾਲ ਲਗਾਏਗਾ। A customer standing outside the shop on the pavement
obstructing the stream of jostling pedestrians announced कि दुकान ਦੇ ਬਾਹਰ ਫੁੱਟਪਾਥ ਤੇ ਖੜਾ ਇੱਕ ਕਸਟਮਰ ਜੋ ਕਿ ਇੱਕ ਦੂਜੇ ਨੂੰ ਧੱਕਾ ਮਾਰਦੇ ਹੋਏ ਲੰਘਦੇ ਹੋਏ ਪੈਦਲ ਯਾਤਰੀਆਂ ਦੇ ਰਾਹ ਵਿੱਚ ਰੋੜਾ ਬਣ ਕੇ ਖੜਾ ਸੀ announced ਉਸਨੇ ਕਿਹਾ I want this picture framed ਕਿ ਮੈਂ ਇਸ ਪਿਕਚਰ ਨੂੰ ਫਰੇਮ ਕਰਵਾਉਣਾ ਹੈ ਦੱਤਾ with his habitual indifference habitual यानी आदतन indifference ਬੇਪਰਵਾਹ ਦੱਤਾ ਦੀ ਜਿਸ ਤਰ੍ਹਾਂ ਆਦਤ ਸੀ ਕਿ ਉਹ ਬੇਪਰਵਾਹ ਰਹਿੰਦਾ ਸੀ ignored him ਉਸਨੇ ਉਸ ਕਸਟਮਰ ਨੂੰ ਇਗਨੋਰ ਕਰ ਦਿੱਤਾ and continued to be engaged in driving screws into the sides of a frame ਤੇ ਉਹ ਕਿਸੇ ਫਰੇਮ ਦੀਆਂ ਸਾਈਡਸ ਤੇ ਪੇਚ ਕੱਸਦੇ ਰਹਿਣਾ ਉਸਨੇ ਜਾਰੀ ਰੱਖਿਆ I want a really good job done ਮੈਂ ਚਾਹੁੰਦਾ ਹਾਂ ਕਿ ਬਹੁਤ ਵਧੀਆ ਤੁਸੀਂ ਇਹਦਾ ਕੰਮ ਕਰੋ no matter how much it costs ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਪੈਸੇ ਲੱਗਣਗੇ the customer volunteered the information ਸੋ ਉਸ ਕਸਟਮਰ ਨੇ ਆਪਣੇ ਆਪ ਹੀ ਇਹ ਸਾਰੀ ਇਨਫੋਰਮੇਸ਼ਨ ਦੇ ਦਿੱਤੀ unwrapping a faded newspaper and exposing a sepia brown photograph of an old man ਤਾਂ ਉਸ ਕਸਟਮਰ ਨੇ ਆਪਣੇ ਨਾਲ ਲਿਆਂਦੀ ਹੋਈ ਉਸ ਬਜ਼ੁਰਗ ਦੀ ਸੇਪੀਆ ਬਰਾਊਨ ਫੋਟੋਗ੍ਰਾਫ ਭਾਵ ਉਸ ਤਰ੍ਹਾਂ ਦੀ ਫੋਟੋ ਜਿਹਦੇ ਵਿੱਚ ਰੈਡਿਸ਼ ਟੋਨ ਜ਼ਿਆਦਾ ਹੋਵੇ ਜਿਸ ਤਰ੍ਹਾਂ ਪੁਰਾਣੀਆਂ ਫੋਟੋਆਂ ਵਿੱਚ ਹੁੰਦੀ ਸੀ ਤਾਂ ਉਸਨੇ ਉਸ ਫੋਟੋ ਤੋਂ ਧੁੰਦਲੀ ਲਿਖਾਵਟ ਵਾਲੀ ਅਖਬਾਰ ਨੂੰ ਲਾ ਦਿੱਤਾ ਇਟ ਵਾਸ ਸ਼ਾਰਪ ਐਂਡ ਹਾਈਲੀ ਗਲੇਜ਼ਡ ਇਨ ਸਪਾਈਟ ਆਫ ਇਟਸ ਐਂਟੀਕੁਇਟੀ ਫੋਟੋ ਪ੍ਰਾਚੀਨ ਹੋਣ ਦੇ ਬਾਵਜੂਦ ਵੀ ਕਾਫੀ ਚਮਕ ਦਮਕ ਵਾਲੀ ਸੀ What sort of frame would you like? Datta asked, still bent over his work. ਦੱਤਾ ਨੇ ਪੁੱਛਿਆ ਤੁਸੀਂ ਕਿਹੋ ਜਿਹਾ ਫਰੇਮ ਲਗਾਉਣਾ ਪਸੰਦ ਕਰੋਗੇ ਤੇ ਜਿਹਾ ਪੁੱਛ ਕੇ ਵੀ ਉਹ ਆਪਣੇ ਕੰਮ ਲੱਗਿਆ ਰਿਹਾ The best, of course. ਤਾਂ ਕਸਟਮਰ ਨੇ ਕਿਹਾ ਸਭ ਤੋਂ ਵਧੀਆ ਯਕੀਨਨ Do you expect I would stint where this great soul is concerned? ਤਾਂ ਅੱਗੇ ਉਸਨੇ ਕਿਹਾ ਕਿ ਕੀ ਤੁਸੀਂ ਉਮੀਦ ਕਰਦੇ ਹੋ ਕਿ ਜਿੱਥੇ ਇਸ ਮਹਾਨ ਪਵਿੱਤਰ ਆਤਮਾ ਦੀ ਗੱਲ ਆਏਗੀ ਉੱਥੇ ਮੈਂ ਕੋਈ ਕੰਜੂਸੀ ਵਰਤਾਂਗਾ ਦੱਤਾ gave a side glance and caught a glimpse of the photograph ਦੱਤਾ ਨੇ ਉਸ ਫੋਟੋ ਨੂੰ ਸਾਈਡ ਤੋਂ ਦੇਖਿਆ ਤੇ ਉਸ ਫੋਟੋਗ੍ਰਾਫ ਦੀ ਇੱਕ ਝਾਕੀ ਜਿਹੀ ਆਪਣੇ ਮਨ ਵਿੱਚ ਵਸਾਈ just another elderly person of those days he told himself ਤੇ ਦੱਤਾ ਨੇ ਆਪਣੇ ਆਪ ਨੂੰ ਕਿਹਾ ਕਿ ਇਹ ਤਾਂ ਇੱਕ ਹੋਰ ਉਹਨਾਂ ਦਿਨਾਂ ਦਾ ਬਜ਼ੁਰਗ ਵਿਅਕਤੀ ਹੈ a standard portrait of a grandfather ਕਿ ਜਿੱਦਾਂ ਕਿਸੇ ਦਾਦਾ ਜੀ ਦੀ ਆਮ ਜੀ ਤਸਵੀਰ a philanthropist ਕਿਸੇ ਦਾਨੀ ਦੀ ਤਸਵੀਰ a social worker ਕਿਸੇ ਸਮਾਜ ਸੇਵਕ ਦੀ ਤਸਵੀਰ with the inevitable whiskers ਭਾਵ ਉਹ ਮੁੱਛਾਂ ਜਿਹੜੀਆਂ ਕਿ ਆਮ ਹੀ ਬਜ਼ੁਰਗ ਰੱਖਦੇ ਹਨ ਜਿਹਨੂੰ ਅਸੀਂ ਝੁਠਲਾ ਨਹੀਂ ਸਕਦੇ ਤਾਂ ਆਮ ਹੀ ਹੁੰਦੀਆਂ ਹਨ and top heavy cascading turban ਅਤੇ ਝਰਨਿਆਂ ਵਾਂਗੂ ਜਿਸ ਦੇ ਲੜਾਂ ਵਿੱਚ ਵੱਟ ਹੋਣ it could be any one of these ਇਹ ਤਾਂ ਉਹਨਾਂ ਵਿੱਚੋਂ ਕੋਈ ਵੀ ਹੋ ਸਕਦਾ ਭਾਵ ਉਹ ਕਹਿਣਾ ਚਾਹ ਰਿਹਾ ਸੀ ਕਿ ਹੋਰ ਬਜ਼ੁਰਗਾਂ ਵਾਂਗ ਹੀ ਇਹ ਬਜ਼ੁਰਗ ਦਿਸਦਾ ਸੀ at least half a dozen people came to him ਘੱਟੋ ਘੱਟ ਉਸ ਕੋਲ ਅੱਧਾ ਦਰਜਨ ਲੋਕ ਆਉਂਦੇ ਸਨ every month ਹਰ ਮਹੀਨੇ bearing similar portraits ਇਹੋ ਜਿਹੀਆਂ ਹੀ ਤਸਵੀਰਾਂ ਚੱਕ ਕੇ wanting to demonstrate their homage ਕਿ ਜਿਹੜੇ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ to the person ਉਸ ਵਿਅਕਤੀ ਨੂੰ in the picture ਜੋ ਕਿ ਪਿਕਚਰ ਵਿੱਚ ਸੀ in the shape of a glittering frame ਤੇ ਉਹ ਚਾਹੁੰਦੇ ਹੁੰਦੇ ਸਨ ਕਿ ਉਹਨਾਂ ਦੇ ਬਜ਼ੁਰਗਾਂ ਦੀ ਤਸਵੀਰ ਤੇ ਕੋਈ ਚਮਕਦਾਰ ਫਰੇਮ ਲਗਾਇਆ ਜਾਵੇ The customer was describing the greatness of the man. ਗਾਹਕ ਫੋਟੋ ਵਾਲੇ ਵਿਅਕਤੀ ਦੀ ਮਹਾਨਤਾ ਦਾ ਵਰਣਨ ਕਰ ਰਿਹਾ ਸੀ extravagant qualities of nobility extravagant ਦਾ ਮਤਲਬ ਹੁੰਦਾ ਫਜ਼ੂਲ ਖਰਚੀ ਤੇ ਇੱਥੇ extravagant qualities ਹੈ ਭਾਵ ਉਹ ਫਜ਼ੂਲ ਹੀ ਯਾਨੀ ਵਧਾ ਚੜਾ ਕੇ ਉਸ ਦੀ ਨੇਕੀ ਦੇ ਗੁਣਾਂ ਨੂੰ ਬਿਆਨ ਕਰ ਰਿਹਾ ਸੀ compassion ਉਸ ਦੀ ਦਇਆ ਨੂੰ and charity were being generously attributed to him in a voice that came close to the chanting of a holy scripture ਤਾਂ ਉਸ ਦੀ ਦਇਆਲਤਾ ਨੂੰ ਅਤੇ ਉਸ ਦੁਆਰਾ ਕੀਤੇ ਹੋਏ ਦਾਨ ਪੁੰਨ ਨੂੰ ਇੰਨੀ ਕੁ ਮਿੱਠੀ ਆਵਾਜ਼ ਵਿੱਚ ਬਿਆਨ ਕਰ ਰਿਹਾ ਸੀ ਕਿ ਇਦਾਂ ਲੱਗ ਰਿਹਾ ਸੀ ਜਿੱਦਾਂ ਕਿ ਉਹ ਕੋਈ ਧਾਰਮਿਕ ਗ੍ਰੰਥ ਦਾ ਵਿਖਿਆਨ ਕਰ ਰਿਹਾ ਹੋਵੇ if this world had just a few more like him ਕਿ ਜੇ ਇਸ ਦੁਨੀਆ ਵਿੱਚ ਉਹਨਾਂ ਵਰਗੇ ਕੁਝ ਹੋਰ ਵਿਅਕਤੀ ਹੁੰਦੇ believe me ਤਾਂ ਮੇਰੇ ਤੇ ਯਕੀਨ ਕਰੋ it would certainly have been a different place ਤਾਂ ਇਹ ਦੁਨੀਆ ਬਿਲਕੁਲ ਅਲੱਗ ਹੋਣੀ ਸੀ of course there are demons who may not agree with me ਯਕੀਨਨ ਕੁਝ ਨਾ ਕੁਝ ਰਾਖਸ਼ਸ ਕੁਝ ਨਾ ਕੁਝ ਦੈਂਤ ਰੂਪੀ ਲੋਕ ਇਹੋ ਜਿਹੇ ਜ਼ਰੂਰ ਹੋਣਗੇ
ਜਿਹੜੇ ਮੇਰੇ ਨਾਲ ਸਹਿਮਤ ਨਾ ਹੋਣ। They are out to disgrace his name and destroy his memory। ਉਹ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦੀ ਯਾਦ ਨੂੰ ਮਿਟਾਉਣਾ ਚਾਹੁੰਦੇ ਹਨ। But he is God in my home। ਪਰ ਉਹ ਮੇਰੇ ਘਰ ਦਾ ਰੱਬ ਹਨ। What sort of a frame do you want? ਦੱਤਾ ਇੰਟਰਪਟਡ। ਤਾਂ ਜਿੱਦਾਂ ਉਹ ਕਸਟਮਰ ਉਸ ਬਜ਼ੁਰਗ ਵਿਅਕਤੀ ਦੀ ਮਹਾਨਤਾ ਦਾ ਵਿਖਿਆਨ ਕਰ ਰਿਹਾ ਸੀ, ਦੱਤਾ ਨੇ ਬਿਲਕੁਲ ਬੇਪਰਵਾਹੀ ਦੇ ਨਾਲ ਉਹਨੂੰ ਵਿੱਚੋਂ ਟੋਕਦੇ ਹੋਏ ਕਿਹਾ ਕਿ ਤੈਨੂੰ ਫਰੇਮ ਕਿਹੋ ਜਿਹਾ ਚਾਹੀਦਾ ਹੈ। ਪਲੇਨ ਭਾਵ ਤੈਨੂੰ ਸਿੰਪਲ ਫਰੇਮ ਚਾਹੀਦਾ ਹੈ ਕਿ ਵੁਡਨ ਲੱਕੜੀ ਵਾਲਾ, ਲੈਕਰ ਭਾਵ ਲਾਖ ਵਾਲਾ, ਗੋਲਡ ਸੁਨਹਿਰੀ ਜਾਂ ਪਲਾਸਟਿਕ ਵਾਲਾ, ਔਰ ਜਸਟ ਇਨੈਮਲ ਪੇਂਟਡ ਕਿ ਇਹੋ ਜਿਹਾ ਜਿਹਦੇ ਆਸ-ਪਾਸ ਪੇਂਟ ਹੋਇਆ ਹੋਵੇ। He waved a casual hand towards the pictures on the wall। ਉਸਨੇ ਬੇਧਿਆਨੇ ਢੰਗ ਦੇ ਨਾਲ ਦੀਵਾਰਾਂ ਤੇ ਲੱਗੀਆਂ ਹੋਈਆਂ ਤਸਵੀਰਾਂ ਦੇ ਵੱਲ ਹੱਥ ਹਿਲਾਏ। The customer silently surveyed the various frames। ਤਾਂ ਗਾਹਕ ਚੁੱਪਚਾਪ ਦੀਵਾਰ ਉੱਤੇ ਲੱਗੇ ਹੋਏ ਅਲੱਗ-ਅਲੱਗ ਫਰੇਮਸ ਦਾ ਨਿਰੀਖਣ ਕਰਨ ਲੱਗਾ। After some time, ਦੱਤਾ heard him mumble। ਕੁਝ ਦੇਰ ਬਾਅਦ ਦੱਤਾ ਨੇ ਉਸਦਾ ਬੁੜਬੁੜਾਣਾ ਸੁਣਿਆ ਜੋ ਕਿ ਉਹ ਮੂੰਹ ਵਿੱਚ ਬੋਲ ਰਿਹਾ ਸੀ। I want the best। ਮੈਨੂੰ ਸਭ ਤੋਂ ਅੱਛਾ ਚਾਹੀਦਾ ਹੈ। I don't have any second rate stuff in my shop। ਦੱਤਾ said। ਦੱਤਾ ਨੇ ਕਿਹਾ ਮੇਰੀ ਦੁਕਾਨ ਦੇ ਵਿੱਚ ਵੀ ਕੋਈ ਮਾੜੀ ਚੀਜ਼ ਨਹੀਂ ਹੈ। Second rate stuff ਨਹੀਂ ਹੈ। He was shown a number of samples। ਉਸਨੂੰ ਕਈ ਸੈਂਪਲਸ ਕਈ ਨਮੂਨੇ ਦਿਖਾਏ ਗਏ ਜਿਨ੍ਹਾਂ ਵਿੱਚੋਂ ਕਈ ਪਲੇਨ, ਡੈਕੋਰੇਟਿਵ, ਫਲੋਰਲ ਭਾਵ ਫੁੱਲਾਂ ਵਾਲੇ, ਜਿਓਮੈਟ੍ਰੀਕਲ ਭਾਵ ਜਿਓਮੈਟਰੀ ਦੇ ਆਕਾਰਾਂ ਵਾਲੇ, ਥਿਨ ਪਤਲੇ, ਹੈਫਟੀ ਸਟਰੋਂਗ ਅਤੇ ਮੋਟੇ ਐਂਡ ਸੋ ਫੋਰਥ ਅਤੇ ਇਸ ਦੇ ਨਾਲ ਹੋਰ ਵੀ। The customer was baffled by the variety। ਗਾਹਕ ਇੰਨੀ ਵੈਰਾਈਟੀ ਨੂੰ ਦੇਖ ਕੇ ਚਕਰਾ ਗਿਆ। He examined the selection before him for a long time। ਉਸਨੇ ਆਪਣੇ ਸਾਹਮਣੇ ਪਈ ਹੋਈ ਸਿਲੈਕਸ਼ਨ ਦਾ ਬਹੁਤ ਦੇਰ ਤੱਕ ਨਿਰੀਖਣ ਕੀਤਾ। As he was unsure of his judgment। ਕਿ ਜਿਸ ਤਰ੍ਹਾਂ ਉਹ ਆਪਣੀ ਫਰੇਮ ਦੇ ਸੰਬੰਧੀ ਜਜਮੈਂਟ ਬਾਰੇ ਪੱਕਾ ਨਹੀਂ ਸੀ and was afraid of enshrining his savior forever in some ugly cheap frame। ਅਤੇ ਉਸਨੂੰ ਇਸ ਚੀਜ਼ ਦਾ ਵੀ ਡਰ ਸੀ ਕਿ ਕਿਤੇ ਉਹ ਆਪਣੇ ਮਸੀਹੇ ਨੂੰ ਕਿਸੇ ਬਦਸੂਰਤ ਸਸਤੇ ਫਰੇਮ ਦੇ ਵਿੱਚ ਪ੍ਰਤਿਸਥਾਪਿਤ ਨਾ ਕਰ ਦਵੇ। ਦੱਤਾ came to his rescue and recommended one with a profusion। ਤਾਂ ਕਸਟਮਰ ਦੀ ਕਨਫਿਊਜ਼ਨ ਨੂੰ ਦੇਖ ਕੇ ਦੱਤਾ ਉਹਦੇ ਬਚਾਅ ਦੇ ਵਿੱਚ ਅੱਗੇ ਆਇਆ ਤੇ ਉਸ ਨੂੰ ਬੜੀ ਦ੍ਰਿੜਤਾ ਦੇ ਨਾਲ ਇੱਕ ਫਰੇਮ ਰਿਕਮੈਂਡ ਕੀਤਾ। ਉਹ ਫਰੇਮ ਕਿਹੜਾ ਸੀ? ਆਫ ਗੋਲਡ ਲੀਵਸ। ਤਾਂ ਦੱਤਾ ਨੇ ਰਿਕਮੈਂਡ ਕੀਤਾ ਕਿ ਉਸ ਨੂੰ ਸੁਨਹਿਰੀ ਪੱਤੀਆਂ ਵਾਲਾ ਐਂਡ ਵਾਈਂਡਿੰਗ ਕ੍ਰੀਪਰਸ ਅਤੇ ਮੁੜੀਆਂ ਹੋਈਆਂ ਵੇਲਾਂ ਵਾਲਾ ਫਰੇਮ ਲੈ ਲੈਣਾ ਚਾਹੀਦਾ ਹੈ। ਐਂਡ ਇਨ ਆਰਡਰ ਟੂ ਕਲੀਅਰ ਐਨੀ ਲਿੰਗਰਿੰਗ ਡਾਊਟ ਹੀ ਮਾਈਟ ਸਟਿਲ ਹਾਰਬਰ ਇਨ ਰਿਗਾਰਡ ਟੂ ਇਟਸ ਕੁਆਲਿਟੀ। ਅਤੇ ਉਸਦੇ ਮਨ ਦੇ ਵਿੱਚ ਪਨਪ ਰਹੇ ਇਸ ਦੀ ਕੁਆਲਿਟੀ ਦੇ ਪ੍ਰਤੀ ਡਾਊਟਸ ਨੂੰ ਉਸਨੇ ਕਲੀਅਰ ਕਰਦੇ ਹੋਏ ਐਡਡ ਉਸਨੇ ਐਡ ਕੀਤਾ ਇਟ ਇਜ਼ ਜਰਮਨ ਇੰਪੋਰਟਡ ਕਿ ਇਹ ਜਰਮਨੀ ਦੇ ਬਣੇ ਹੋਏ ਹਨ ਅਤੇ ਇੰਪੋਰਟਡ ਹਨ। The customer at once seemed impressed and silenced। ਤਾਂ ਅਜਿਹਾ ਲੱਗਿਆ ਕਿ ਜਿੱਦਾਂ ਕਸਟਮਰ ਇੱਕਦਮ impressed ਹੋ ਗਿਆ ਹੋਵੇ ਅਤੇ ਨਾਲ ਹੀ ਉਹ ਚੁੱਪ ਹੋ ਗਿਆ। ਦੱਤਾ next asked। ਦੱਤਾ ਨੇ ਅੱਗੋਂ ਪੁੱਛਿਆ you want a plain mount or a cut mount। ਕਿ ਤਸਵੀਰ ਦੇ ਵਿੱਚ ਤੁਹਾਨੂੰ ਸਾਦਾ ਮਾਊਂਟ ਚਾਹੀਦਾ ਹੈ ਕਿ ਕੱਟ ਮਾਊਂਟ ਚਾਹੀਦਾ ਹੈ। ਭਾਵ ਤਸਵੀਰ ਨੂੰ ਸਾਈਡਾਂ ਤੋਂ ਕੱਟ ਕਰਕੇ ਉਸ ਫਰੇਮ ਵਿੱਚ ਮਾਊਂਟ ਕੀਤਾ ਜਾਵੇ ਕਿ ਤੁਹਾਨੂੰ ਸਿੰਪਲ ਮਾਊਂਟ ਹੀ ਚਾਹੀਦਾ ਹੈ। ਐਂਡ watched the puzzle look return। ਅਤੇ ਜਦੋਂ ਦੱਤਾ ਨੇ ਅਜਿਹਾ ਕਿਹਾ ਤਾਂ ਉਸਨੇ ਦੁਬਾਰਾ ਕਸਟਮਰ ਨੂੰ ਪਜ਼ਲ ਪਾਇਆ। Again he helped the man out by showing his various mounts। ਦੁਬਾਰਾ ਫਿਰ ਦੱਤਾ ਨੇ ਕਸਟਮਰ ਨੂੰ ਕਨਫਿਊਜ਼ਨ ਤੋਂ ਕੱਢਣ ਲਈ ਮਦਦ ਕੀਤੀ। ਕਿਸ ਤਰ੍ਹਾਂ? ਉਸਨੂੰ ਬਹੁਤ ਸਾਰੇ ਮਾਊਂਟਸ ਦੇ ਡਿਜ਼ਾਈਨ ਦਿਖਾ ਕੇ and suggested that the cut mount looked more elegant। ਅਤੇ ਦੱਤਾ ਨੇ ਉਸਨੂੰ ਸਲਾਹ ਦਿੱਤੀ ਕਿ ਕੱਟ ਮਾਊਂਟ ਜ਼ਿਆਦਾ ਸ਼ਾਨਦਾਰ ਲੱਗਦਾ ਹੈ। All right, let me have a cut mount then। ਠੀਕ ਹੈ, ਫਿਰ ਮੈਂ ਕੱਟ ਮਾਊਂਟ ਹੀ ਪ੍ਰੈਫਰ ਕਰਾਂਗਾ। Is that a cut mount? ਕੀ ਇਹ ਕੱਟ ਮਾਊਂਟ ਹੈ? He asked। ਕਸਟਮਰ ਨੇ ਪੁੱਛਿਆ pointing to a framed picture on the wall of a soulful looking lady in an oval cut mount। ਫਰੇਮ ਕੀਤੀ ਹੋਈ ਔਰਤ ਦੀ ਤਸਵੀਰ ਦੇ ਵੱਲ ਉਸ ਕਸਟਮਰ ਨੇ ਇਸ਼ਾਰਾ ਕਰਦੇ ਹੋਏ ਪੁੱਛਿਆ I like that shape। ਮੈਨੂੰ ਇਹ ਵਾਲੀ ਸ਼ੇਪ ਪਸੰਦ ਹੈ। Will it cost much? ਕੀ ਇਸ ਦੀ ਕੀਮਤ ਜ਼ਿਆਦਾ ਹੋਵੇਗੀ? No, frame, mount, glass all will cost 17 rupees। ਸੋ ਉਸ ਟਾਈਮ ਦੇ 17 rupees ਹੁਣ ਦੇ 1000 ਰੁਪਏ ਦੇ ਬਰਾਬਰ ਹਨ। ਸੋ ਦੱਤਾ ਨੇ ਕਿਹਾ ਨਹੀਂ
ਫਰੇਮ ਅਤੇ ਤਸਵੀਰ ਨੂੰ ਉਸ ਫਰੇਮ ਵਿੱਚ ਲਗਾ ਕੇ ਅਤੇ ਉੱਤੇ ਸ਼ੀਸ਼ਾ ਲਗਾ ਕੇ ਇਹ ਸਾਰਿਆਂ ਦੀ ਕੀਮਤ ਸਿਰਫ 17 ਰੁਪਏ ਹੋਵੇਗੀ। The customer had expected it would be more. Customer ਨੇ ਸੋਚਿਆ ਸੀ ਕਿ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇਗੀ। He pretended to be shocked all the same and tried to bargain. ਪਰ ਉਸਨੇ ਫਿਰ ਵੀ ਇੱਕ ਦਿਖਾਵਾ ਕੀਤਾ ਕਿ ਉਸਨੂੰ ਇਹ ਕੀਮਤ ਬਹੁਤ ਜ਼ਿਆਦਾ ਲੱਗੀ ਹੈ ਤੇ ਉਸਨੇ ਥੋੜੀ ਜਿਹੀ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ, ਰੇਟ ਘਟਾਉਣ ਦੀ ਕੋਸ਼ਿਸ਼ ਕੀਤੀ। ਦੱਤਾ withdrew to his corner without replying. ਦੱਤਾ ਉਹਦੀ ਗੱਲ ਵਿੱਚੇ ਹੀ ਛੱਡ ਕੇ ਆਪਣੇ ਕੋਨੇ ਤੇ ਚਲਾ ਗਿਆ ਬਿਨਾਂ ਉਸਨੂੰ ਕੋਈ ਜਵਾਬ ਦਿੱਤੇ and began to cut a piece of plywood. ਅਤੇ ਉਸਨੇ plywood ਦਾ ਪੀਸ ਕੱਟਣਾ ਸ਼ੁਰੂ ਕਰ ਦਿੱਤਾ। The customer hung about uncertainly for some time. ਤਾਂ ਗਾਹਕ ਅਨਿਸ਼ਚਿਤ ਜਿਹਾ ਖੜਾ ਹੋ ਕੇ ਥੋੜੀ ਦੇਰ ਉੱਥੇ ਦੇਖਦਾ ਰਿਹਾ। And finally asked, ਅਤੇ ਅਖੀਰ ਉਸਨੇ ਪੁੱਛਿਆ, when will you have it ready? ਤੂੰ ਇਹਨੂੰ ਕਦੋਂ ready ਕਰ ਦੇਵੇਂਗਾ? And barely heard the reply over the vibrating noise of the saw on the plywood, 2 weeks from today. ਅਤੇ plywood ਦੇ ਉੱਤੇ ਚੱਲ ਰਹੇ ਆਰੇ ਦੀ ਵਾਈਬ੍ਰੇਸ਼ਨ ਵਾਲੀ ਆਵਾਜ਼ ਦੇ ਵਿੱਚੋਂ ਮੁਸ਼ਕਲ ਨਾਲ ਹੀ ਇਹ ਸੁਣਿਆ ਕਿ ਅੱਜ ਤੋਂ 2 ਹਫ਼ਤੇ ਬਾਅਦ। Datta had learned by long experience that his customers never came punctually. ਦੱਤਾ ਨੇ ਆਪਣੇ ਕੰਮ ਦੇ ਲੰਬੇ ਤਜਰਬੇ ਤੋਂ ਇਹ ਸਿੱਖਿਆ ਸੀ ਕਿ ਉਸਦੇ ਗਾਹਕ ਕਦੀ ਵੀ ਸਮੇਂ ਸਿਰ ਆਪਣੀ ਦਿੱਤੀ ਹੋਈ ਤਸਵੀਰ ਲੈਣ ਨਹੀਂ ਆਉਂਦੇ। They came days in advance. ਉਹ ਕਈ ਵਾਰ ਤਾਂ ਦਿੱਤੇ ਹੋਏ ਸਮੇਂ ਤੋਂ ਵੀ ਪਹਿਲਾਂ ਆ ਜਾਂਦੇ ਹਨ and went away disappointed. ਤੇ ਉਹਨਾਂ ਦੀ ਜਦੋਂ ਚੀਜ਼ ਤਿਆਰ ਨਹੀਂ ਹੁੰਦੀ ਤਾਂ ਫਿਰ ਉਹ ਨਿਰਾਸ਼ਾ ਦੇ ਵਿੱਚ ਮੁੜਦੇ ਵੀ ਹਨ ਔਰ came months later. ਤੇ ਜਾਂ ਤਾਂ ਕਈ ਵਾਰ ਉਹ ਮਹੀਨਿਆਂ ਬਾਅਦ ਆਉਂਦੇ ਹਨ and some never turned up at all. ਅਤੇ ਕਈ ਤਾਂ ਕਦੀ ਵੀ ਨਹੀਂ ਮੁੜ ਕੇ ਆਉਂਦੇ and their pictures lay unclaimed in a box. ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਤਸਵੀਰਾਂ ਜਿਨ੍ਹਾਂ ਤੇ ਕੋਈ ਵੀ ਆਪਣਾ ਹੱਕ ਨਹੀਂ ਜਮਾਉਂਦਾ ਉਹ ਬਾਕਸ ਵਿੱਚ ਹੀ ਪਈਆਂ ਰਹਿ ਜਾਂਦੀਆਂ ਹਨ। Gathering dust, ਉਹਨਾਂ ਤੇ ਧੂੜ ਜੰਮਦੀ ਰਹਿੰਦੀ ਹੈ and feeding cockroaches and silver fish. Silver fish ਸਿਲਵਰ ਕਲਰ ਦਾ ਕੀੜਾ ਹੁੰਦਾ ਹੈ ਜੋ ਆਮ ਕਰਕੇ ਕੱਪੜਿਆਂ ਦੇ ਵਿੱਚ ਜਾਂ ਪੁਰਾਣੀਆਂ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ। ਸੋ ਜਿਹੜੀਆਂ ਤਸਵੀਰਾਂ ਅਨਕਲੇਮਡ ਪਈਆਂ ਰਹਿੰਦੀਆਂ ਹਨ ਉਹਨੂੰ ਜਾਂ ਤਾਂ ਕਾਕਰੋਚ ਖਾਂਦੇ ਰਹਿੰਦੇ ਹਨ ਜਾਂ ਉਹ ਸਿਲਵਰ ਫਿਸ਼ ਉਹਨਾਂ ਤੇ ਆ ਕੇ ਬੈਠ ਜਾਂਦੇ ਹਨ। Therefore he made frames for those who came to him and visited him at least twice before he actually executed their orders. ਸੋ ਇਸ ਕਰਕੇ ਉਹ ਸਿਰਫ ਉਹਨਾਂ ਦੇ ਹੀ ਫਰੇਮਸ ਬਣਾਉਂਦਾ ਸੀ ਜੋ ਫਰੇਮ ਦੇ ਬਣਨ ਤੋਂ ਪਹਿਲਾਂ ਉਸ ਕੋਲ 2 ਕੁ ਵਾਰ ਚੱਕਰ ਲਗਾ ਲੈਂਦੇ ਸੀ। Passing by, ਮੈਂ ਨੇੜਿਓਂ ਗੁਜ਼ਰ ਰਿਹਾ ਸੀ and thought ਅਤੇ ਸੋਚਿਆ I could collect it if it was ready ਕਿ ਮੈਂ ਇਸ ਨੂੰ collect ਕਰ ਲਵਾਂ ਜੇ ਇਹ ਤਿਆਰ ਹੈ। Datta cast a sideways look at him and continued with his work. ਦੱਤਾ ਨੇ ਉਸ ਨੂੰ ਸਾਈਡ ਤੋਂ ਦੇਖਿਆ ਅਤੇ ਦੇਖ ਕੇ ਉਸਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ। I know I have come 4 days early. ਕਸਟਮਰ ਨੇ ਕਿਹਾ ਹਾਂ ਮੈਨੂੰ ਪਤਾ ਹੈ ਕਿ ਮੈਂ 4 ਦਿਨ ਪਹਿਲਾਂ ਹੀ ਆ ਗਿਆ ਹਾਂ। The customer grinned nervously. Grin ਹੁੰਦਾ ਬਨਾਵਟੀ ਹਾਸਾ ਹੱਸਣਾ। So the customer grinned nervously. Customer ਨੇ ਵਿਆਕੁਲ ਜਿਹਾ ਹੋ ਕੇ ਬਨਾਵਟੀ ਹਾਸਾ ਹੱਸਿਆ। Will it be ready by Tuesday? ਕੀ ਇਹ ਮੰਗਲਵਾਰ ਤੱਕ ਰੈਡੀ ਹੋ ਜਾਏਗੀ? Datta merely nodded without shifting attention from a tiny nail which he, with precise rhythmic strokes, was driving into a frame. Datta, ਜੋ ਕਿ ਇੱਕ ਫਰੇਮ ਦੇ ਵਿੱਚ ਸਟੀਕ ਅਤੇ ਤਾਲਬੱਧ ਕਿਸੇ ਕਿੱਲ ਨੂੰ ਠੋਕ ਰਿਹਾ ਸੀ, ਉਸ ਵੱਲੋਂ ਧਿਆਨ ਹਟਾਏ ਬਿਨਾਂ ਉਸਨੇ ਮਸਾਂ ਹੀ ਹਾਂ ਦੇ ਵਿੱਚ ਸਿਰ ਹਿਲਾਇਆ। But sensed the man's obsessive attachment to the photograph. ਪਰ ਨਾਲ ਹੀ ਉਸਨੇ ਉਸ ਵਿਅਕਤੀ ਦੀ ਫੋਟੋ ਦੇ ਪ੍ਰਤੀ ਅਟੈਚਮੈਂਟ ਜੋ ਕਿ ਪਾਗਲਪਨ ਦੀ ਹੱਦ ਤੇ ਸੀ ਉਹ ਵੀ ਮਹਿਸੂਸ ਕੀਤੀ। He told himself there would be trouble if he did not deliver the order on the promised date. ਉਸਨੇ ਆਪਣੇ ਆਪ ਨੂੰ ਕਿਹਾ ਕਿ ਇਸ ਤਰ੍ਹਾਂ ਤਾਂ ਬੜੀ ਮੁਸ਼ਕਲ ਹੋ ਜਾਏਗੀ ਜੇ ਉਹ ਨਿਰਧਾਰਿਤ ਤਰੀਕ ਤੇ ਆਰਡਰ ਨੂੰ ਡਿਲੀਵਰ ਨਾ ਕਰ ਪਾਇਆ। Next morning he made that his first job, keeping aside all the others. ਅਗਲੀ ਸਵੇਰ ਉਸਨੇ ਸਾਰੇ ਕੰਮਾਂ ਨੂੰ ਸਾਈਡ ਤੇ ਰੱਖ ਕੇ ਉਸ ਵਿਅਕਤੀ ਦੀ ਫੋਟੋ ਤੇ ਫਰੇਮ ਲਗਾਉਣ ਦਾ ਕੰਮ ਪਹਿਲਾਂ ਸ਼ੁਰੂ ਕੀਤਾ। The photograph was lying on a shelf among many others. ਉਹ ਤਸਵੀਰ ਸ਼ੈਲਫ ਉੱਤੇ ਹੋਰ ਦੂਜੀਆਂ ਤਸਵੀਰਾਂ ਦੇ ਵਿਚਕਾਰ ਪਈ ਸੀ। He took it.
उसने इसਨੂੰ ਚੱਕਿਆ and carefully kept it on a wooden plank on the floor ਅਤੇ ਫਰਸ਼ ਉੱਤੇ ਪਏ ਲੱਕੜੀ ਦੇ ਤਖਤੇ ਉੱਤੇ ਉਸਨੇ ਉਸ ਤਸਵੀਰ ਨੂੰ ਬੜੀ ਸਾਵਧਾਨੀ ਦੇ ਨਾਲ ਰੱਖਿਆ। Then he looked for the pencil stub for marking the measurements. फिर उसने माप दे निशान लगाने ली पेंसिल का टुकड़ा चकिया। As usual, हमेशा की तरह it was missing. ये missing सी नहीं मिल रहा सी। He swept his hand all round him patiently. उसने अपना हाथ आस-पास बड़ी बेसब्री दे नाल फेरिया, scattering fragments of glass and wood. आस-पास पए ਕੱਚ ਦੇ ਟੁਕੜੇ ਅਤੇ ਲੱਕੜੀ ਦੇ ਟੁਕੜਿਆਂ ਨੂੰ ਖਿਲਾਰਦੇ ਹੋਏ false shapes that he mistook for the pencil ਕਿਉਂਕਿ ਉਹਦੇ ਆਸ-ਪਾਸ ਸਮਾਨ ਕਾਫੀ ਖਿਲਰਿਆ ਹੋਇਆ ਸੀ ਤੇ ਕਈ ਇਹੋ ਜਿਹੀਆਂ ਚੀਜ਼ਾਂ ਸਨ ਜਿਹੜੀਆਂ ਕਿ ਪੈਨਸਲ ਦੇ ਸ਼ੇਪ ਦੀਆਂ ਸਨ ਸੋ ਪੈਨਸਲ ਦੇ ਆਕਾਰ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਕਿ ਉਹ ਪੈਨਸਲ ਹੀ ਸਮਝ ਰਿਹਾ ਸੀ harassed him on end ਉਹਨਾਂ ਚੀਜ਼ਾਂ ਨੇ ਉਸਨੂੰ ਬਹੁਤ ਪਰੇਸ਼ਾਨ ਕੀਤਾ and stoked his anger ਅਤੇ ਉਸਦਾ ਗੁੱਸਾ ਵਧਾ ਦਿੱਤਾ frustrated in all his attempts to find it frustrate ਹੋ ਕੇ ਕਾਲਾ ਪੈ ਕੇ he finally stood up ਉਹ ਅਖੀਰ ਖੜਾ ਹੋ ਗਿਆ to shake the folds of his ਧੋਤੀ ਆਪਣੀ ਧੋਤੀ ਦੇ ਪੱਲਿਆਂ ਨੂੰ ਹਿਲਾਉਣ ਲਈ an ultimate move which generally yielded results ਇਹ ਉਹ ਫਾਈਨਲ ਕਦਮ ਸੀ ਜਿਹਦੇ ਨਾਲ ਉਸਨੂੰ ਅਕਸਰ ਸਫਲਤਾ ਮਿਲ ਜਾਂਦੀ ਸੀ ਭਾਵ ਗੁੰਮੀਆਂ ਹੋਈਆਂ ਚੀਜ਼ਾਂ ਲੱਭ ਪੈਂਦੀਆਂ ਸੀ but he shook the folds so violently ਪਰ ਉਸਨੇ ਧੋਤੀ ਦੇ ਪੱਲੇ ਇੰਨੀ ਜ਼ੋਰ ਨਾਲ ਹਿਲਾਏ that he upset a tin ਕਿ ਉਸਨੇ ਇੱਕ ਨਾਲ ਪਏ ਹੋਏ ਪੇਂਟ ਦੇ ਟੀਨ ਦੇ ਡੱਬੇ ਨੂੰ ਅਪਸੈਟ ਕਰ ਦਿੱਤਾ ਯਾਨੀ ਜ਼ਿਆਦਾ ਜ਼ੋਰ ਦੀ ਹਿਲਾ ਦਿੱਤਾ containing white enamel paint ਜੋ ਕਿ ਚਿੱਟੇ ਪੇਂਟ ਵਾਲਾ ਸੀ and it landed right on the sacred photograph of the old man ਤਾਂ ਉਹ ਉਸ ਬਜ਼ੁਰਗ ਦੀ ਪਵਿੱਤਰ ਤਸਵੀਰ ਦੇ ਉੱਤੇ ਹੀ ਲੈਂਡ ਹੋ ਗਿਆ ਭਾਵ ਉਹ ਸਾਰਾ ਦਾ ਸਾਰਾ ਪੇਂਟ ਉਸ ਤਸਵੀਰ ਉੱਤੇ गिर गया emptying its thick slimy contents on it ਅਤੇ ਉਹ ਸਾਰਾ ਗੂੜੇ ਅਤੇ ਚਮਕੀਲੇ ਪੇਂਟ ਦਾ ਡੱਬਾ ਉਸੇ ਹੀ ਤਸਵੀਰ ਤੇ ਪਲਟ ਗਿਆ ਦੱਤਾ stood transfixed ਦੱਤਾ ਇਹ ਦੇਖ ਕੇ ਉੱਥੇ ਅਡੋਲ ਬਿਨਾਂ ਹਿਲੇ ਜੁਲੇ ਹੱਕਾ ਬੱਕਾ ਹੋ ਕੇ ਖੜ ਗਿਆ and stared at the disaster at his feet ਅਤੇ ਉਸਨੇ ਆਪਣੇ ਕਦਮਾਂ ਦੇ ਵਿੱਚ ਹੋਈ ਤਬਾਹੀ ਨੂੰ ਤੱਕਿਆ as if he had suddenly lost all faculty of movement faculty ਹੁੰਦੀ ਹੈ ਸਮਰੱਥਾ ਕਿ ਜਿੱਦਾਂ ਅਚਾਨਕ ਉਸ ਦੇ ਅੰਦਰ ਹਿੱਲਣ ਜੁਲਣ ਦੀ ਸਮਰੱਥਾ ਇੱਕਦਮ ਗਵਾਚ ਗਈ ਹੋਵੇ ਖਤਮ ਹੋ ਗਈ ਹੋਵੇ he couldn't bring himself even to avert his eyes ਉਹ ਆਪਣੀਆਂ ਅੱਖਾਂ ਨੂੰ ਇਸ ਨਜ਼ਾਰੇ ਤੋਂ ਦੂਰ ਕਰਨ ਵਿੱਚ ਵੀ ਅਸਮਰੱਥ ਫੀਲ ਕਰ ਰਿਹਾ ਸੀ ਭਾਵ ਆਪਣੀਆਂ ਅੱਖਾਂ ਨੂੰ ਉਹ ਦੂਰ ਨਹੀਂ ਲੈ ਕੇ ਜਾ ਪਾ ਰਿਹਾ ਸੀ from the horror which he seemed to be cruelly forced to view ਏਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਸ ਦੀਆਂ ਅੱਖਾਂ ਉਹਦੇ ਸਾਹਮਣੇ ਇੱਕ ਡਰਾਵਣੇ ਦ੍ਰਿਸ਼ ਨੂੰ ਦੇਖਣ ਲਈ ਬਹੁਤ ਭਿਆਨਕ ਤਰੀਕੇ ਦੇ ਨਾਲ ਮਜਬੂਰ ਹੋ ਗਈਆਂ ਹੋਣ then his spectacles clouded with perspiration ਹੁੰਦਾ ਪਸੀਨਾ ਫਿਰ ਉਸਦੀ ਘਬਰਾਹਟ ਦੇ ਵਿੱਚ ਨਿਕਲਿਆ ਹੋਇਆ ਪਸੀਨਾ ਉਸਦੀ ਐਨਕ ਤੇ ਆ ਗਿਆ and helpfully screened his vision ਅਤੇ ਉਸ ਪਸੀਨੇ ਦੀ ਮਦਦ ਦੇ ਨਾਲ ਉਸ ਦੀ ਐਨਕ ਦੇ ਸ਼ੀਸ਼ੇ ਤੇ ਇੱਕ ਸਕਰੀਨਿੰਗ ਹੋ ਗਈ ਭਾਵ ਇੱਕ ਪਰਤ ਜੰਮ ਗਈ ਜਿਹਦੇ ਨਾਲ ਉਸ ਨੂੰ ਅੱਗੇ ਦਿਖਣਾ ਬੰਦ ਹੋ ਗਿਆ when at last he fully recovered his senses ਜਦੋਂ ਅਖੀਰ ਉਹ ਆਪਣੀ ਪੂਰੀ ਹੋਸ਼ ਹਵਾਸ ਵਿੱਚ ਵਾਪਸ ਆਇਆ he set about rescuing the picture ਉਹ ਉਸ ਪਿਕਚਰ ਨੂੰ ਬਚਾਉਣ ਵਿੱਚ ਰੁੱਝ ਗਿਆ in such a desperate hurry ਉਹ ਇੰਨੀ ਨਿਰਾਸ਼ਾ ਦੇ ਵਿੱਚ ਕਾਹਲੀ ਦੇ ਨਾਲ ਸ਼ੁਰੂ ਹੋ ਗਿਆ that he made a worse mess of it ਕਿ ਉਸਨੇ ਉਹ ਪਿਕਚਰ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਵਿਗਾੜ ਦਿੱਤਾ he rubbed the picture so hard with a cloth ਉਸਨੇ ਕੱਪੜੇ ਦੇ ਨਾਲ ਉਹ ਪਿਕਚਰ ਨੂੰ ਇੰਨੀ ਜ਼ੋਰ ਨਾਲ ਘਿਸਿਆ that he peeled off thin strips of filmy coating from its surface ਤਾਂ ਉਸ ਪਿਕਚਰ ਦੇ ਉੱਪਰ ਚੜੀ ਹੋਈ ਉਸ ਤਸਵੀਰ ਦੀ ਫਿਲਮ ਦੀ ਜੋ ਪਰਤ ਸੀ ਉਸਨੇ ਉਸ ਨੂੰ ਹੀ ਛਿੱਲ ਦਿੱਤਾ ਲਾ ਦਿੱਤਾ from its surface ਉਸ ਦੀ ਸਤ੍ਹਾ ਤੋਂ before he realized what he had done ਇਸ ਤੋਂ ਪਹਿਲਾਂ ਕਿ ਉਸਨੂੰ ਪਤਾ ਚੱਲਦਾ ਕਿ ਉਹ ਕੀ ਕਰ ਚੁੱਕਾ ਸੀ half the old man's face and nearly all of his turban were gone ਉਸ ਬਜ਼ੁਰਗ ਦਾ ਅੱਧਾ ਚਿਹਰਾ ਅਤੇ ਲਗਭਗ ਸਾਰੀ ਪਗੜੀ ਜਾ ਚੁੱਕੀ ਸੀ ਦੱਤਾ helplessly looked at the venerable elder transformed into thick black sticking to the enamel
smeared on the rag in his hand. ਦੱਤਾ ਨੇ ਮਜਬੂਰ ਹੋ ਕੇ ਉਸ ਆਦਰਯੋਗ ਸਤਿਕਾਰਯੋਗ ਬਜ਼ੁਰਗ ਨੂੰ ਦੇਖਿਆ ਜੋ ਕਿ ਹੁਣ ਉਸਦੇ ਹੱਥ ਵਿੱਚ ਫੜੇ ਹੋਏ ਪੇਂਟ ਨਾਲ ਲਿਪਤ ਕੱਪੜੇ ਦੇ ਉੱਤੇ ਹੁਣ ਉਹ ਕਾਲੀ ਸਿਆਹੀ ਵਾਂਗੂ ਲਿਪਤ ਹੋ ਚੁੱਕਾ ਸੀ। He sat with both hands clutching his head. ਉਹ ਆਪਣੇ ਦੋਨਾਂ ਹੱਥਾਂ ਨਾਲ ਸਿਰ ਨੂੰ ਫੜ ਕੇ ਬੈਠ ਗਿਆ। Every nerve in his head throbbed. ਉਸਦੇ ਸਿਰ ਦੀ ਇੱਕ ਇੱਕ ਨਾੜੀ ਜ਼ੋਰ-ਜ਼ੋਰ ਨਾਲ ਧੜਕੀ, ਕੰਬ ਗਈ, ਡਰ ਗਈ, as if it would tear itself apart if he did not hold it down. ਉਹਨੂੰ ਏਦਾਂ ਲੱਗਿਆ ਕਿ ਜੇ ਉਸਨੇ ਜ਼ੋਰ ਦੇ ਨਾਲ ਆਪਣੀਆਂ ਨਾੜੀਆਂ ਨੂੰ ਨਾ ਫੜਿਆ ਤੇ ਹੋ ਸਕਦਾ ਉਹ ਨਾੜੀਆਂ ਇੰਨੇ ਪ੍ਰੈਸ਼ਰ ਦੇ ਨਾਲ ਆਪਣੇ ਆਪ ਨੂੰ ਪਾੜ ਹੀ ਦੇਣ। What answer was he going to offer to the customer? ਉਹ ਹੁਣ ਸੋਚਣ ਲੱਗ ਪਿਆ ਕਿ ਉਹ ਹੁਣ ਉਸ ਕਸਟਮਰ ਨੂੰ ਕਿਹੜਾ ਜਵਾਬ ਦੇਣ ਜਾ ਰਿਹਾ ਸੀ। Who had a fanatic devotion to the photograph, ਜਿਸ ਵਿੱਚ ਕਿ ਉਸ ਫੋਟੋਗ੍ਰਾਫ ਦੇ ਪ੍ਰਤੀ ਕੱਟੜਤਾ ਦੇ ਨਾਲ ਸਮਰਪਣ ਭਾਵ ਸੀ। He had just mutilated beyond recovery. ਜਿਹੜੀ ਫੋਟੋ ਨੂੰ ਉਸਨੇ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਸੀ ਜਿਸ ਦੀ ਕਿ ਹੁਣ ਰਿਕਵਰੀ ਵੀ ਨਹੀਂ ਹੋ ਸਕਦੀ ਸੀ। His imagination ran wild. ਉਹਦੀ ਸੋਚ ਬਹੁਤ ਜੰਗਲੀ ਹੋ ਗਈ, ਭਾਵ ਬੁਰਾ ਸੋਚਣ ਲੱਗ ਪਿਆ, suggesting nightmarish consequences. ਉਸਨੂੰ ਬੁਰੇ ਖਾਬ ਵਾਲੇ ਨਤੀਜੇ ਦਿਖਣ ਲੱਗ ਪਏ to his own dear self and to the fragile inflammable shop. ਉਹ ਬੁਰੇ ਸੁਪਨੇ ਕਿਹਦੇ ਬਾਰੇ ਆਉਣ ਲੱਗੇ? ਆਪਣੇ ਬਾਰੇ ਅਤੇ ਆਪਣੀ ਦੁਕਾਨ ਬਾਰੇ। ਉਹਨੂੰ ਲੱਗਿਆ ਕਿ ਉਹ ਕਸਟਮਰ ਜਿਹਦੀ ਇੰਨੀ ਕੱਟੜਤਾ ਦੇ ਨਾਲ ਉਸ ਫੋਟੋ ਪ੍ਰਤੀ ਡਿਵੋਸ਼ਨ ਸੀ, ਇਹ ਸੁਣ ਕੇ ਕਿ ਉਸਦੀ ਫੋਟੋ ਖਰਾਬ ਹੋ ਗਈ ਹੈ, ਉਹ ਮੇਰੇ ਨਾਲ ਕੁੱਟਮਾਰ ਨਾ ਕਰੇ ਤੇ ਮੇਰੀ ਜੋ ਸ਼ੋਪ ਲੱਕੜ ਦੀ ਬਣੀ ਹੋਈ ਹੈ ਉਸਨੂੰ ਉਹ ਅੱਗ ਨਾ ਲਗਾ ਦੇ। ਇਹੋ ਜਿਹੀ ਭਿਆਨਕ ਥਿੰਕਿੰਗ ਉਹਦੇ ਦਿਮਾਗ 'ਚ ਆਣੀ ਸ਼ੁਰੂ ਹੋ ਗਈ। He racked his brain for a long while. ਉਸਨੇ ਕਾਫੀ ਦੇਰ ਤੱਕ ਆਪਣਾ ਦਿਮਾਗ ਲੜਾਇਆ till sheer exhaustion, ਜਦ ਤੱਕ ਕਿ ਉਹ ਪੂਰੀ ਤਰ੍ਹਾਂ ਥੱਕ ਨਹੀਂ ਗਿਆ। calmed his agitated nerves. ਅਤੇ ਉਸ ਥਕਾਵਟ ਨੇ ਉਸ ਦੀਆਂ ਤੇਜ਼ ਚਲਦੀਆਂ ਹੋਈਆਂ ਨਰਵਸ ਨੂੰ calm down ਨਹੀਂ ਕਰਤਾ, ਸ਼ਾਂਤ ਨਹੀਂ ਕਰਤਾ and made him accept situation with a hopeless resignation. ਅਤੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ ਆਈ ਹੋਈ ਸ਼ਾਂਤੀ ਨੇ ਉਸ ਨੂੰ ਉਸ ਨਿਰਾਸ਼ਾ ਵਾਲੀ ਸਥਿਤੀ ਦੇ ਅੱਗੇ ਆਤਮ ਸਮਰਪਣ ਕਰਨ ਲਈ ਮਜਬੂਰ ਨਹੀਂ ਕਰ ਦਿੱਤਾ। Meanwhile, ਉਸੇ ਸਮੇਂ ਦੌਰਾਨ the plethora, plethora means ਢੇਰ ਜਾਂ ਜਿਸ ਚੀਜ਼ ਦੀ ਬਹੁਤ ਜ਼ਿਆਦਾ ਮਾਤਰਾ ਹੋਵੇ। The plethora of gods, saints and images gazed down at him. ਤਾਂ ਦੀਵਾਰ ਤੇ ਲੱਗੀਆਂ ਹੋਈਆਂ ਬਹੁਤ ਸਾਰੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ, ਸੰਤਾਂ ਮਹਾਤਮਾ ਦੀਆਂ ਤਸਵੀਰਾਂ ਉਸ ਵੱਲ ਨੀਚੇ ਦੇਖ ਰਹੀਆਂ ਸਨ। From the walls with a transcendental smile, ਇੱਕ ਅਲੌਕਿਕ ਮੁਸਕਰਾਹਟ ਦੇ ਨਾਲ, and seemed ਅਤੇ ਅਜਿਹਾ ਪ੍ਰਤੀਤ ਹੁੰਦਾ ਸੀ to offer themselves to him to pray, ਕਿ ਉਹ ਆਪਣੇ ਆਪ ਨੂੰ ਆਫਰ ਕਰ ਰਹੀਆਂ ਹੋਣ ਕਿ ਹਾਂ ਹੁਣ ਤੂੰ ਸਾਡੇ ਅੱਗੇ ਅਰਦਾਸ ਕਰ। With a fervent appeal in his heart, he started at them. ਤਾਂ ਉਸਨੇ ਉਹਨਾਂ ਦੇਵੀ ਦੇਵਤਿਆਂ, ਸੰਤਾਂ ਮਹਾਤਮਾ ਅੱਗੇ ਬਹੁਤ ਉਤਸ਼ਾਹੀ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। In his state of mind, ਜਿਸ ਤਰ੍ਹਾਂ ਉਸਦੇ ਦਿਮਾਗ ਦੀ ਹਾਲਤ ਸੀ, it did not register for quite a while that a particular photograph of a person on the wall had held his attention rather more than it was qualified to do. ਉਸਨੂੰ ਲੱਗਿਆ ਕਿ ਦੀਵਾਰ ਤੇ ਲੱਗੀ ਹੋਈ ਇੱਕ ਤਸਵੀਰ ਜੋ ਕਿ ਉਸਦਾ ਧਿਆਨ ਬਾਕੀ ਤਸਵੀਰਾਂ ਨਾਲੋਂ ਜ਼ਿਆਦਾ ਆਪਣੇ ਵੱਲ ਖਿੱਚ ਰਹੀ ਸੀ, ਹਾਲਾਂਕਿ ਉਸ ਵਿੱਚ ਕੋਈ ਇੰਨੀ ਖਾਸ ਗੱਲ ਵੀ ਨਹੀਂ ਸੀ, ਉਹ ਇੰਨੀ ਕੁਆਲੀਫਾਈਡ ਨਹੀਂ ਸੀ ਕਿ ਉਹਦੇ ਵੱਲ ਇੰਨੀ ਜ਼ਿਆਦਾ ਦੇਰ ਦੇਖਿਆ ਜਾ ਸਕੇ। It was an ordinary portrait of a middle-aged man. ਇੱਕ ਆਮ ਜੀ ਤਸਵੀਰ ਸੀ ਜੋ ਕਿ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਸੀ। In a dark suit and striped tie, ਜਿਸਨੇ ਕਿ ਗੂੜੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਧਾਰੀਦਾਰ ਟਾਈ ਪਾਈ ਹੋਈ ਸੀ। Resting his right arm jauntily, ਜਿਸਨੇ ਕਿ ਆਪਣੀ ਸੱਜੀ ਬਾਂਹ ਬੜੀ ਖੁਸ਼ੀ-ਖੁਸ਼ੀ on a studio prop, ਕਿ ਜਿਸ ਤਰ੍ਹਾਂ ਸਟੂਡੀਓ ਦੇ ਵਿੱਚ ਫੋਟੋ ਖਿਚਾਉਣ ਜਾਈਏ ਤਾਂ ਉੱਥੇ ਕਈ ਤਰ੍ਹਾਂ ਦੇ ਪ੍ਰੋਪਸ ਪਏ ਹੁੰਦੇ ਨੇ, ਕਈ ਤਰ੍ਹਾਂ ਦੇ ਆਬਜੈਕਟਸ, ਚੀਜ਼ਾਂ ਪਈਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਵਾਲੇ ਖੜ ਕੇ ਫੋਟੋ ਖਿਚਵਾਉਂਦੇ ਹਨ, ਸੋ ਉਸਨੂੰ ਕਹਿੰਦੇ ਆ ਸਟੂਡੀਓ ਪ੍ਰੋਪ। ਸੋ ਉਸਨੇ ਆਪਣੀ ਸੱਜੀ ਬਾਂਹ ਖੁਸ਼ੀ-ਖੁਸ਼ੀ ਉਸ ਸਟੂਡੀਓ ਪ੍ਰੋਪ ਤੇ ਰੱਖੀ ਹੋਈ ਸੀ ਤੇ ਉਹ ਸਟੂਡੀਓ ਪ੍ਰੋਪ ਕਿਹੋ ਜਿਹਾ ਸੀ? ਮੇਡ ਟੂ ਲੁੱਕ ਲਾਈਕ ਅ ਫਲੂਟਡ ਰੋਮਨ ਪਿਲਰ, ਤੇ ਏਦਾਂ ਦਾ ਲੱਗ ਰਿਹਾ ਸੀ ਕਿ ਜਿੱਦਾਂ ਪੁਰਾਣੀ ਰੋਮ ਦੇਸ਼ ਦੀ ਸੰਸਕ੍ਰਿਤੀ ਵਿੱਚ ਪਿਲਰ ਭਾਵ ਸਤੰਭ ਮਿਲਦੇ ਹਨ, ਇਹ ਉਸ ਤਰ੍ਹਾਂ ਦਾ ਲੱਗ ਰਿਹਾ ਸੀ ਜਿਸਦਾ ਆਕਾਰ ਫਲੂਟਡ ਸੀ, ਭਾਵ ਇਹ ਬਾਂਸੁਰੀ ਵਰਗਾ ਲੱਗ ਰਿਹਾ ਸੀ। Datta was amazed to see that he had a faint likeness to the late lamented old man. ਦੱਤਾ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਤਸਵੀਰ ਦੇ ਵਿੱਚ ਜੋ ਵਿਅਕਤੀ ਨਜ਼ਰ ਆ ਰਿਹਾ ਸੀ ਉਸਦਾ ਚਿਹਰਾ ਉਸ ਸਵਰਗਵਾਸੀ ਬਜ਼ੁਰਗ ਦੇ ਨਾਲ
ਕਾਫੀ ਮਿਲਦਾ ਜੁਲਦਾ ਸੀ। The more he gazed at the face, ਜਿੰਨਾ ਉਹ ਉਸਦੇ ਚਿਹਰੇ ਵੱਲ ਦੇਖਦਾ ਗਿਆ, the more convincing it appeared to him, ਓਨਾ ਹੀ ਇਸਨੂੰ ਕਨਵਿੰਸਿੰਗ ਲੱਗਣ ਲੱਗ ਗਿਆ, ਭਾਵ ਉਹ ਇਸਨੂੰ ਮੰਨਣ ਲੱਗ ਗਿਆ ਕਿ ਹਾਂ ਇਸਦੀ ਸ਼ਕਲ ਕਾਫੀ ਮਿਲਦੀ ਜੁਲਦੀ ਹੈ। But he dismissed the odd resemblance he saw as one of those tricks of a thoroughly fagged out mind. ਪਰ ਉਸਨੂੰ ਇਹ ਜੋ odd resemblance ਲੱਗ ਰਹੀ ਸੀ, ਭਾਵ ਇੱਕ ਬੇਤੁਕੀ ਸਮਾਨਤਾ ਉਸਨੂੰ ਲੱਗ ਰਹੀ ਸੀ ਇਹਨਾਂ ਦੋਨਾਂ ਤਸਵੀਰਾਂ ਵਿੱਚ, ਤਾਂ ਉਸਨੂੰ ਲੱਗਿਆ ਕਿ ਕੰਪਲੀਟਲੀ ਜੋ ਉਸਦਾ ਦਿਮਾਗ ਥੱਕ ਗਿਆ ਹੈ, ਉਹ ਥੱਕਿਆ ਹੋਇਆ ਦਿਮਾਗ ਉਸ ਨਾਲ ਖੇਡਾਂ ਖੇਡ ਰਿਹਾ ਹੈ ਅਤੇ ਦੋ ਤਸਵੀਰਾਂ ਉਸਨੂੰ ਇੱਕੋ ਜਿਹੀਆਂ ਲੱਗ ਰਹੀਆਂ ਹਨ। All the same, ਉਸੇ ਵੇਲੇ at the back of his mind, ਤਾਂ ਉਸਦੇ ਦਿਮਾਗ ਦੇ ਕਿਸੇ ਕੋਨੇ ਵਿੱਚ, ਉਸਦੇ ਦਿਮਾਗ ਦੇ ਪਿੱਛੇ an idea began to take shape, ਇੱਕ ਵਿਚਾਰ ਬਣ ਰਿਹਾ ਸੀ। He saw the possibility of finding an acceptable substitute, ਉਹ ਵਿਚਾਰ ਜੋ ਕਿ ਉਸ ਡੈਮੇਜਡ ਹੋਈ ਫੋਟੋ ਦੇ ਸਵੀਕਾਰ ਕਰਨ ਯੋਗ ਸੰਕਲਪ ਦੀ ਸੰਭਾਵਨਾ ਦੇ ਵਿਚਾਰ ਕਰ ਰਿਹਾ ਸੀ। He brought down the old wooden box in which he had kept all the photographs unclaimed over the years. ਹੁਣ ਉਹਦੇ ਦਿਮਾਗ ਵਿੱਚ ਇਹ ਆਇਆ ਕਿ ਹੋ ਸਕਦਾ ਜੋ ਮੈਂ ਤਸਵੀਰ ਦੇਖ ਰਿਹਾ ਹਾਂ ਉਹ ਸ਼ਾਇਦ ਮੇਰੇ ਦਿਮਾਗ ਦੀ ਥਕਾਵਟ ਕਰਕੇ ਮੈਨੂੰ ਉਸ ਤਸਵੀਰ ਨਾਲ ਮਿਲਦੀ ਜੁਲਦੀ ਲੱਗ ਰਹੀ ਹੈ, ਪਰ ਨਾਲ ਹੀ ਉਸਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿ ਕਿਉਂ ਨਾ ਉਹ ਉਸ ਲੱਕੜੀ ਦੇ ਸੰਦੂਕ ਦੇ ਵਿੱਚ ਪਈਆਂ ਹੋਈਆਂ ਅਨਕਲੇਮਡ ਫੋਟੋਗ੍ਰਾਫਸ, ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਸੀ, ਜਿਨ੍ਹਾਂ ਨੂੰ ਕੋਈ ਲੈਣ ਨਹੀਂ ਆਇਆ ਸੀ ਕਈ ਸਾਲਾਂ ਤੋਂ, ਉਹਦੇ ਵਿੱਚ ਦੇਖੇ ਕਿ ਕੋਈ ਤਸਵੀਰ ਉਸ ਦੇ ਨਾਲ ਜੋ ਕਾਫੀ ਮਿਲਦੀ ਹੋਈ ਹੋਵੇ। As he rummaged in it, ਜਿੱਦਾਂ ਹੀ ਉਸਨੇ ਉਸ ਵਿੱਚ ਛਾਣਬੀਣ ਕੀਤੀ, ਉਸਨੂੰ ਫਰੋਲਿਆ, panicky cockroaches and spiders scurried helter-skelter all over the floor, ਤਾਂ ਉਸ ਵੁਡਨ ਬਾਕਸ ਦੀ ਛਾਣਬੀਣ ਤੇ ਡਰੇ ਹੋਏ ਕਾਕਰੋਚੇਸ ਅਤੇ ਮੱਖੜੀਆਂ ਇੱਕਦਮ ਸਾਰੇ ਫਰਸ਼ ਤੇ ਤਿੱਤਰ ਬਿੱਤਰ ਹੋ ਕੇ ਘੁੰਮਣ ਲੱਗ ਪਈਆਂ। ਅਨਮਾਈਂਡਫੁਲ ਆਫ them, ਤੇ ਜਿਹੜੇ ਕਾਕਰੋਚੇਸ ਤੇ ਸਪਾਈਡਰ ਉਸ ਫਲੋਰ ਤੇ ਖਿਲਰੇ, ਉਹਨਾਂ ਵੱਲ ਧਿਆਨ ਦਿੱਤੇ ਬਿਨਾਂ ਦੱਤਾ anxiously searched for the brownish photographs of the old man's vintage. ਦੱਤਾ ਬੜੀ ਬੇਸਬਰੀ ਦੇ ਨਾਲ ਉਸ ਬਜ਼ੁਰਗ ਵਿਅਕਤੀ ਦੇ ਬਰਾਬਰ ਦੀ ਏਜ ਦੇ ਫੋਟੋਗ੍ਰਾਫਸ ਨੂੰ ਲੱਭਣ ਲੱਗ ਗਿਆ, ਭਾਵ ਉਸ ਬਜ਼ੁਰਗ ਵਿਅਕਤੀ ਦੇ ਸਮੇਂ ਦੀਆਂ ਫੋਟੋਆਂ ਉਹ ਲੱਭਣ ਲੱਗ ਗਿਆ। Soon there was a pile before him. ਛੇਤੀ ਹੀ ਉਹਦੇ ਨਾਲ ਦੀਆਂ ਤਸਵੀਰਾਂ ਦਾ ਉਹਦੇ ਸਾਹਮਣੇ ਢੇਰ ਲੱਗ ਗਿਆ। He was surprised, ਉਹ ਬਹੁਤ ਹੈਰਾਨ ਹੋਇਆ। He could pick up, ਕਿ ਉਹ ਚੁਣ ਸਕਦਾ ਸੀ so many, ਬਹੁਤ ਸਾਰੀਆਂ ਤਸਵੀਰਾਂ which qualified to take the old man's place, ਜਿਹੜੀ ਕਿ ਉਸ ਬਜ਼ੁਰਗ ਵਿਅਕਤੀ ਦੀ ਜਗ੍ਹਾ ਲੈਣ ਲਈ ਕੁਆਲੀਫਾਈ ਕਰਦੀਆਂ ਸਨ, ਭਾਵ ਉਸਨੂੰ ਲੱਗਦਾ ਸੀ ਕਿ ਸ਼ਾਇਦ ਇੱਕ ਵੀ ਫੋਟੋ ਨਾ ਮਿਲੇ, ਪਰ ਉਸ ਸਾਹਮਣੇ ਉਸ ਬਜ਼ੁਰਗ ਦੇ ਨਾਲ ਮਿਲਦੀਆਂ ਜੁਲਦੀਆਂ ਤਸਵੀਰਾਂ ਦਾ ਢੇਰ ਲੱਗ ਗਿਆ। But he had to reject a lot of them, ਪਰ ਉਸਨੂੰ ਉਹਨਾਂ ਵਿੱਚੋਂ ਕਈ ਤਸਵੀਰਾਂ ਨੂੰ ਰਿਜੈਕਟ ਕਰਨਾ ਪਿਆ, ਅਸਵੀਕਾਰ ਕਰਨਾ ਪਿਆ। In most of the portraits, the subjects spotted a very conspicuous flower case next to them. Conspicuous ਹੁੰਦਾ ਸਪਸ਼ਟ, ਕਿ ਕਾਫੀ ਸਾਰੀਆਂ ਤਸਵੀਰਾਂ ਦੇ ਵਿੱਚ ਜੋ ਮੇਨ ਵਿਅਕਤੀ ਸੀ ਉਸ ਦੇ ਸਾਹਮਣੇ ਬੜਾ ਸਪਸ਼ਟ ਜਿਹਾ ਸਾਫ਼ ਦਿਖਣ ਵਾਲਾ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਸੀ, ਔਰ overdressed grandchildren sat on their laps and therefore had to be rejected. ਤੇ ਜਾਂ ਕਾਫੀ ਫੈਂਸੀ ਕੱਪੜੇ ਪਾਏ ਹੋਏ ਉਹਨਾਂ ਦੇ ਪੋਤੇ ਪੋਤਰੀਆਂ, ਦੋਤੇ ਦੋਤਰੀਆਂ, ਉਹਨਾਂ ਦੇ ਗ੍ਰੈਂਡ ਚਿਲਡਰਨ ਉਹਨਾਂ ਦੀ ਗੋਦ ਵਿੱਚ ਬੈਠੇ ਹੁੰਦੇ, ਇਸ ਕਰਕੇ ਉਸ ਨੂੰ ਫੋਟੋ ਵੀ ਰਿਜੈਕਟ ਕਰਨੀ ਪੈਂਦੀ। Luckily, ਖੁਸ਼ਕਿਸਮਤੀ ਨਾਲ, there was one with which Datta felt he could take a fair risk. ਦੱਤਾ ਨੂੰ ਉਹਨਾਂ ਵਿੱਚੋਂ ਇੱਕ ਇਹੋ ਜਿਹੀ ਤਸਵੀਰ ਮਿਲ ਗਈ ਜਿਸ ਨਾਲ ਉਸਨੂੰ ਲੱਗਿਆ ਕਿ ਉਹ ਇੱਕ ਅੱਛਾ ਖਾਸਾ ਰਿਸਕ ਲੈ ਸਕਦਾ ਹੈ। The print had yellowed a bit noticeably. ਉਸ ਤਸਵੀਰ ਵਿੱਚ ਸਾਫ਼ ਦਿਸਣ ਵਾਲਾ ਇੱਕ ਪੀਲਾਪਨ ਆ ਚੁੱਕਾ ਸੀ, but he calculated that the total effect, when put in a dazzling gold frame, would render it safe. ਤਾਂ ਉਸਨੇ ਅਨੁਮਾਨ ਲਗਾਇਆ ਕਿ ਜਦੋਂ ਉਸਨੇ ਇਸ ਉੱਤੇ ਇੱਕ ਸੁਨਹਿਰੀ ਚਮਕਦਾ ਹੋਇਆ ਫਰੇਮ ਲਗਾ ਦਿੱਤਾ ਤਾਂ ਉਸਨੂੰ ਇੱਕ ਸੁਰੱਖਿਅਤ ਟੋਟਲ ਇਫੈਕਟ ਮਿਲੇਗਾ ਜੋ ਕਿ ਕਾਫੀ ਅੱਛਾ ਹੋਏਗਾ। ਆਫਟਰ ਅ ਕਪਲ ਆਫ ਆਵਰਸ ਕੰਸੈਂਟਰੇਟਡ ਵਰਕ, ਕੁਝ ਘੰਟਿਆਂ ਦੇ ਧਿਆਨ ਨਾਲ ਲਗਾ ਕੇ ਕੀਤੇ ਹੋਏ ਕੰਮ ਤੋਂ ਬਾਅਦ, ਹੀ ਸੈਟ ਬੈਕ, ਉਹ ਆਰਾਮ ਨਾਲ ਬੈਠ ਗਿਆ, ਐਂਡ ਪ੍ਰਾਊਡਲੀ ਸਰਵੇਡ ਦਾ ਓਲਡ ਮੈਨਸ ਡਬਲ, ਅਤੇ ਬੜੇ ਮਾਣ ਦੇ ਨਾਲ ਉਸਨੇ ਜੋ ਉਸ ਬਜ਼ੁਰਗ ਦਾ ਡਬਲ ਰੋਲ ਸੀ, ਭਾਵ ਦੂਸਰੀ ਤਸਵੀਰ, ਉਹਦੇ ਵੱਲ ਬੜੇ ਮਾਣ ਨਾਲ ਉਹ ਦੇਖਣ ਲੱਗ ਪਿਆ। ਲੁਕਿੰਗ ਰੈਸਪਲੈਂਡੈਂਟ ਇਨ ਹਿਸ ਗੋਲਡ ਫਰੇਮ, ਜੋ ਕਿ ਆਪਣੇ ਸੁਨਹਿਰੀ ਫਰੇਮ ਵਿੱਚ ਬਹੁਤ ਸ਼ਾਨਦਾਰ ਲੱਗ ਰਿਹਾ ਸੀ। He was so pleased with his achievement. ਦੱਤਾ ਆਪਣੀ ਇਸ ਪ੍ਰਾਪਤੀ ਦੇ ਨਾਲ ਬਹੁਤ ਖੁਸ਼ ਸੀ, that he forgot, ਕਿ ਉਹ ਭੁੱਲ ਹੀ ਗਿਆ ਸੀ, he was taking perhaps one of the greatest risks
any frame maker ever took. ਉਸਨੇ ਹੁਣ ਤੱਕ ਦਾ ਸਭ ਤੋਂ ਵੱਡਾ ਜ਼ੋਖਮ ਲਿਆ ਸੀ ਜਿਹੜਾ ਕਿ ਹੁਣ ਤੱਕ ਕਿਸੇ ਵੀ frame maker ਨੇ ਨਹੀਂ ਲਿਆ ਸੀ. He even became bold enough to challenge the customer. ਉਹ ਤਾਂ ਹੁਣ ਇੰਨਾ ਕੁ ਸਾਹਸੀ ਹੋ ਗਿਆ ਸੀ, ਬਹਾਦਰ ਹੋ ਗਿਆ ਸੀ ਕਿ ਉਹ ਕਸਟਮਰ ਨੂੰ ਵੀ ਚੈਲੰਜ ਕਰਨ ਲਈ ਤਿਆਰ ਸੀ if his faking was discovered. ਕਿ ਜੇ ਉਸ ਦਾ ਜਿਹੜਾ ਝੂਠ ਹੈ ਫੜਿਆ ਜਾਂਦਾ ਹੈ ਤਾਂ ਉਹ ਸੋਚਦਾ ਸੀ ਕਿ ਮੈਂ ਤਾਂ ਕਸਟਮਰ ਨੂੰ ਵੀ ਚੈਲੰਜ ਕਰ ਦਾਂਗਾ ਤੇ ਉਹਨੂੰ ਕਵਾਂਗਾ look my dear man ਕਿ ਦੇਖੋ ਮੇਰੇ ਪਿਆਰੇ he would say ਉਹ ਕਹੇਗਾ I don't know who has been fooling you. ਮੈਨੂੰ ਨਹੀਂ ਪਤਾ ਕਿ ਤੈਨੂੰ ਕੌਣ ਮੂਰਖ ਬਣਾ ਰਿਹਾ ਹੈ. That's the picture you brought here for framing. ਕਿ ਇਹੀ ਪਿਕਚਰ ਸੀ ਜਿਹੜੀ ਤੂੰ ਫਰੇਮ ਕਰਨ ਲਈ ਇੱਥੇ ਲੈ ਕੇ ਆਇਆ ਸੀ. Take it or throw it away. ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਇਸ ਨੂੰ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਰੱਖ ਲਓ ਤੇ ਜੇ ਇਸ ਨੂੰ ਸੁੱਟਣਾ ਚਾਹੁੰਦੇ ਹੋ ਤਾਂ ਸੁੱਟ ਲਓ. The days that followed were filled with suspense and anxiety. ਉਸ ਫਰੇਮ ਦੇ ਵਿੱਚ ਉਹ ਡੁਪਲੀਕੇਟ ਪਿਕਚਰ ਲਾਉਣ ਤੋਂ ਬਾਅਦ ਦੇ ਦਿਨ ਬੜੀ ਹੀ ਦੁਬਿਧਾ ਵਾਲੇ ਅਤੇ ਉਤੇਜਨਾ ਭਰਪੂਰ ਸਨ.